ਧੰਨ ਵਾਹਿਗੁਰੂ ਸਾਹਿਬ ਜੀ। तुमरे गुण क्या कहाँ मेरे सतगुरा, तुमरे गुण क्या कहाँ मेरे सतगुरा। जब गुर बुलह तब बिस्म होए जाए, हम जैसे अपराधी अवर कोई राखै। जैसे हम सतगुर राख लिए छड़ाए, तू गुर पिता तू है गुर माता। तू गुर बंदप मेरा सखा सखाए। जो हमरी बिद होती मेरे सतगुरा, सा बिद तुम हर जान हो आपे। हम रुलते फिरते कोई बात ना पूछता, गुर सतगुर संग कीरे हम थपे। सतनाम वाहिगुरु साहिब जीओ। मुंदा संतोख शरमपत झोली, ध्यान की करें विपूत। खिंथा काल कुआरी काया जुगत, डंडा प्रतीत। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਬਾਣੀ ਦਾ ਕੀਰਤਨ ਗੁਰਮੁਖਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਆਓ ਜੀ ਹੁਣ ਜਿਹੜੀ ਲੜੀਵਾਰ ਵਿਚਾਰ ਬਾਣੀ ਜਪਜੀ ਸਾਹਿਬ ਦੀ ਸ਼ੁਰੂ ਕੀਤੀ ਸੀ, ਕੱਲ੍ਹ ਤੱਕ ਅਸੀਂ 27 ਪੌੜੀਆਂ ਵਿਚਾਰੀਆਂ ਨੇ, ਜਿਹੜੀਆਂ ਪੌੜੀਆਂ ਅਸੀਂ ਲਗਾਤਾਰ ਸੱਚੇ ਪਾਤਸ਼ਾਹ ਹਜ਼ੂਰ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਦੀ ਵਿਚਾਰ ਰਹੇ ਹਾਂ। ਉਹਦੇ ਵਿੱਚੋਂ ਜਿਹੜੀ 27ਵੀਂ ਪੌੜੀ ਕੱਲ੍ਹ ਵਿਚਾਰੀ ਹੈ, ਉਹ ਅਸੀਂ ਸ਼ਾਮ ਦੀ ਬਾਣੀ ਰਹਿਰਾਜ ਸਾਹਿਬ ਜਿਹਨੂੰ ਕਹਿੰਦੇ ਹਾਂ ਸੋਦਰ ਵਿੱਚ ਵੀ ਪੜ੍ਹਦੇ ਹਾਂ, ਸੋਦਰ ਰਹਿਰਾਜ ਸਾਹਿਬ ਵੇਲੇ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਪਦੇ ਬਾਬਤ, ਇਸ ਪੌੜੀ ਬਾਬਤ ਬਹੁਤ ਖਿਆਲ ਨੇ ਵਿਦਵਾਨਾਂ ਦੇ ਵੱਖਰੇ ਵੱਖਰੇ। ਕੁਝ ਵਿਦਵਾਨ ਇਹ ਦੱਸਦੇ ਨੇ ਕਿ ਸੱਚੇ ਪਾਤਸ਼ਾਹ ਜਿਸ ਵੇਲੇ ਵੇਈ ਨਦੀ ਵਿੱਚ ਗਏ, ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਹੋਏ, ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਨਾਲ ਮੁਖਾਤਿਬ ਹੁੰਦਿਆਂ ਜਿਹੜੀ ਉਹਨਾਂ ਦੀ ਗੋਸ਼ਟੀ ਹੋਈ, ਉਹ ਸੱਚੇ ਪਿਤਾ ਨੇ ਕਿਹਾ ਕਿ ਮੈਂ ਪਾਰ ਬ੍ਰਹਮ ਪਰਮੇਸ਼ਵਰ ਅਤੇ ਗੁਰੂ ਨਾਨਕ ਜੀ ਤੁਸੀਂ ਗੁਰ ਪਰਮੇਸ਼ਵਰ, ਜਿਸ ਉੱਪਰ ਤੁਮਾਰੀ ਨਜ਼ਰ ਉਸ ਉੱਪਰ ਹਮਾਰੀ ਨਜ਼ਰ, ਕਿ ਜਿਹਦੇ ਉੱਤੇ ਤੁਹਾਡੀ ਕਿਰਪਾ ਹੋਏਗੀ ਉਹਦੇ ਉੱਤੇ ਮੇਰੀ ਕਿਰਪਾ ਹੋਏਗੀ, ਅਤੇ ਜਿਸ 'ਤੇ ਮੇਰੀ ਕਿਰਪਾ ਉਸ 'ਤੇ ਤੁਹਾਡੀ ਕਿਰਪਾ। ਅਤੇ ਤੁਸੀਂ ਹਉ ਢਾਡੀ ਬੇਕਾਰ ਕਾਰੇ ਲਾਇਆ ਦਾ ਸੱਚ ਦ੍ਰਿੜ ਕਰਨਾ ਹੈ। ਕਈ ਵਿਦਵਾਨ ਇਹ ਆਖਦੇ ਨੇ, ਭਾਈ ਵੀਰ ਸਿੰਘ ਵੀ ਇਹਦਾ ਜ਼ਿਕਰ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਜਦ ਪਾਰ ਬ੍ਰਹਮ ਪਰਮੇਸ਼ਵਰ ਦੇ ਦਰਬਾਰ ਦੇ ਦੀਦਾਰ ਕੀਤੇ ਅਤੇ ਇਸ ਪੌੜੀ ਦਾ ਆਰਾਧਨ ਕੀਤਾ, ਅਤੇ ਫਿਰ ਜਦ ਇੱਕ ਵਾਰੀ ਜਦ ਘਟਨਾ ਵਾਪਰਦੀ ਹੈ ਅਤੇ ਦੁਬਾਰਾ ਕੋਈ ਪੁੱਛੇ ਕਿ ਕਿਸ ਤਰ੍ਹਾਂ ਦੀ ਸੀ, ਅਤੇ ਜਦ ਕੋਈ ਦੁਬਾਰਾ ਦੱਸਦਾ ਹੈ ਤਾਂ ਫਿਰ ਪੂਰਨ ਉਹ ਰੂਪ ਨਹੀਂ ਦੱਸ ਸਕਦਾ ਜਿਹੜਾ ਪਹਿਲਾਂ ਦੱਸਿਆ ਜਾਂਦਾ ਹੈ, ਕੁਝ ਨਾ ਕੁਝ ਭੇਤ ਹੁੰਦਾ ਹੈ। ਅਤੇ ਇਹ ਵੀ ਕੱਲ੍ਹ ਮੇਰੀ ਭੈਣ ਜੀ ਹੋਰਾਂ ਨਾਲ ਵਿਚਾਰ ਹੋ ਰਹੀ ਸੀ ਗੁਰਮੁਖ ਪਿਆਰਿਆਂ ਨਾਲ ਕਿ ਵਾਕਈ ਜੇ ਸੋਦਰ ਸ਼ਾਮ ਦੀ ਹੈ, ਅਤੇ ਕਈ ਵਿਦਵਾਨ ਇਹ ਵੀ ਕਹਿੰਦੇ ਹੈ ਕਿ ਜਦ ਸਤਿਗੁਰ ਜੀ ਨੇ ਸੋਦਰ ਫਿਰ ਦੁਬਾਰਾ ਉਚਾਰਨ ਕੀਤੀ, ਉਹ ਫਿਰ ਥੋੜ੍ਹਾ ਜਿਹਾ ਭੇਤ ਰੱਖ ਦਿੱਤਾ, ਉਹਦੇ ਵਿੱਚ ਥੋੜ੍ਹਾ ਜਿਹਾ ਫਰਕ ਪਾ ਦਿੱਤਾ, ਤੁਧਨੂੰ ਦਾ ਤੇਰੇ ਦਾ ਫਿਰ ਵਾਲਾ। ਪਰ ਸੱਚ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੀਆਂ ਗੁਰੂ ਨਾਨਕ ਸਾਹਿਬ ਹੀ ਜਾਣਨ। ਅਸੀਂ ਜੋ ਮਰਜ਼ੀ ਕਿਆਸ ਲਾਈ ਜਾਈਏ, ਔਰ ਸਤਿਗੁਰ ਇੱਥੇ ਇਹ ਪ੍ਰਸ਼ਨਵਾਚਕ ਨਹੀਂ ਹੈ ਕਿ ਸੋ ਦਰ ਕਿਹਾ ਸੋ ਘਰ ਕਿਹਾ, ਕਿ ਤੇਰਾ ਦਰਦ ਕਿਹੋ ਜਿਹਾ ਹੈ, ਕਿਹੋ ਜਿਹਾ ਅਸੀਂ ਕਹਿੰਦੇ ਨਾ ਕੈਸਾ, ਵਿਸਮਾਦ ਵਾਹ, ਜਦ ਅਸੀਂ ਕਹਿੰਦੇ ਨਾ ਕੈਸਾ ਸੀ,
ਇਹ ਉਸ ਅਸਚਰਜਤਾ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਵਿਚਾਰਿਆ ਗਿਆ ਕਿ ਸੱਚੇ ਪਾਤਸ਼ਾਹ ਵਾਕਈ ਕੈਸਾ ਹੈ ਤੁਹਾਡਾ ਦਰ, ਕਿ ਤੁਹਾਡਾ ਘਰ ਕੈਸਾ ਹੈ ਜਿੱਥੇ ਬੈਠ ਕੇ ਤੁਸੀਂ ਸਾਰਾ ਕੁਝ ਸਾਰਿਆਂ ਦੀ ਸੰਭਾਲ ਕਰ ਰਹੇ ਹੋ ਅਤੇ ਸਭ ਕੁਝ ਤੁਸੀਂ ਦੇਖ ਰਹੇ ਹੋ, ਜਾਣਦੇ ਹੋ, ਸਭ ਨੂੰ ਦੇ ਰਹੇ ਹੋ। ਅਤੇ ਅਸਚਰਜਤਾ ਇਹ ਹੈ ਕਿ ਤੁਸੀਂ ਜਿੱਥੇ ਟੁਕੇ ਹੋਏ ਹੋ, ਤੁਸੀਂ ਜਿੱਥੇ ਮੌਜੂਦ ਹੋ, ਨਿਰਗੁਣ ਸਰਗੁਣ ਦੋਨੋਂ ਰੂਪ ਨੇ, ਉੱਥੇ ਤੁਹਾਡੇ ਦਰ 'ਤੇ ਕਿੰਨੇ ਕੁਝ ਖੜੇ ਹੋ ਕੇ ਦੇਵੀ ਦੇਵਤੇ, ਬ੍ਰਹਮਾ ਵਿਸ਼ਨੂੰ ਮਹੇਸ਼, ਕਿੰਨੇ ਸਿੱਧ ਮੁਨੀ ਜਗੀ ਜਤੀ ਜੋਗੀ ਸਾਰੇ ਤੁਹਾਨੂੰ ਗਾ ਰਹੇ ਨੇ, ਮਹਾਬਲ ਸੂਰਮੇ ਵੀ ਤੁਹਾਨੂੰ ਗਾ ਰਹੇ ਨੇ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਰੰਗ ਬਰੰਗੀ ਤੁਸੀਂ ਇਹ ਸੰਸਾਰ ਦੀ ਕਾਇਨਾਤ ਬਣਾ ਕੇ ਉਹਨੂੰ ਆਪਣੇ ਆਪ ਦੇ ਵਿੱਚ ਆਪਣਾ ਆਪ ਉਹਦੇ ਵਿੱਚ ਟਿਕਾ ਕੇ ਅਤੇ ਸਭ ਨੂੰ ਕਿਸੇ ਨੂੰ ਕਿਹੋ ਜਿਹੀ ਵਡਿਆਈ ਦਿੱਤੀ ਹੈ, ਕਿਹੋ ਜਿਹੀ ਕਿਸੇ ਨੂੰ ਵਡਿਆਈ ਦਿੱਤੀ ਹੈ। ਪਰ ਅੰਤ ਇਹ ਹੈ ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਭਾਵੇਂ ਕੋਈ ਦੇਵਤਾ ਬਣ ਜਾਏ, ਭਾਵੇਂ ਕੋਈ ਦੈਂਤ ਬਣ ਜਾਏ, ਭਾਵੇਂ ਕੋਈ ਮੁਨੀ ਜੋਗੀ ਜਤੀ ਹਜ਼ਾਰਾਂ ਸਾਲਾਂ ਦਾ ਤਪ ਕਿਉਂ ਨਹੀਂ ਸਾਧ ਲੇ, ਤਾਂ ਵੀ ਵਾਹਿਗੁਰੂ ਤੁਹਾਡੇ ਅੱਗੇ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ, ਅਰਦਾਸ ਹੀ ਚੱਲਦੀ ਹੈ। ਜੋ ਤੁਹਾਨੂੰ ਭਾਉਂਦਾ ਉਹੀ ਹੋਏਗਾ, ਭਾਵੇਂ ਇਸ ਧਰਤੀ 'ਤੇ ਕੋਈ ਹੋਏ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ, ਹਰ ਕੀ ਗਤ ਨਾ ਕੋਊ ਜਾਣੈ, ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਕ ਸਿਆਣੇ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ, ਵਾਹ ਸੱਚੇ ਪਾਤਸ਼ਾਹ, ਤੇਰੇ ਹੁਕਮ ਨੂੰ ਮੰਨਣਾ ਹੀ ਸਭ ਤੋਂ ਵੱਡੀ ਬੰਦਗੀ ਹੈ। ਤੇਰੀ ਖੁਸ਼ੀ ਵਿੱਚ ਰਹਿਣਾ ਤੇਰੀ ਸਿਫਤ ਸਲਾਹ ਹੈ। ਤੇਰੇ ਕੀਤੇ ਹੋਏ ਨੂੰ ਮਿੱਠਾ ਕਰਕੇ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਤੂੰ ਰਹਿਣ ਵਾਲਾ ਹੈ। ਵਾਹਿਗੁਰੂ ਤੇਰਾ ਭਲਾ ਹੈ, ਤੇਰਾ ਕੀਤਾ ਹੋਇਆ ਭਲਾ ਹੈ। ਆਹ ਹੁਣ ਜਿਹੜੀਆਂ 28 ਤੋਂ ਲੈ ਕੇ 31 ਪੌੜੀਆਂ ਤੱਕ ਹੁਣ ਅੱਜ ਦਰਸ਼ਨ ਕਰਾਂਗੇ, ਸਤਿਗੁਰੂ ਜੀ ਕਿਰਪਾ ਕਰਨ। ਇਹਦੇ ਵਿੱਚ ਸਤਿਗੁਰੂ ਜੀ ਦੀ ਭੇਟ ਜੋਗੀਆਂ ਦੇ ਨਾਲ ਹੋਈ ਹੈ, ਨਾਥਾਂ ਨਾਲ ਹੋਈ ਹੈ, ਅਤੇ ਜੋਗੀਆਂ ਦੇ ਜਿਹੜੇ ਜਿਹੜੇ ਬਾਹਰੀ ਚਿੰਨ੍ਹ ਸਨ, ਸਤਿਗੁਰੂ ਜੀ ਨੇ ਉਹਨਾਂ ਦੀ ਨਿਖੇਧੀ ਕਰਦੇ ਹੋਏ ਅੰਤਰ ਚਿੰਨ੍ਹਾਂ ਦੀ ਗੱਲ ਕੀਤੀ ਹੈ, ਅੰਦਰ ਦੇ ਗਿਆਨ ਅਤੇ ਧਿਆਨ ਦੀ ਗੱਲ ਕੀਤੀ ਹੈ। ਬਾਹਰ ਦਾ ਦਿਖਾਵਾ ਧਰਮੀ ਨਹੀਂ ਹੈ ਗੁਰੂ ਨਾਨਕ ਸਾਹਿਬ ਦੇ ਪੰਥ 'ਤੇ, ਅੰਦਰ ਦਾ ਗਿਆਨ ਅਤੇ ਧਿਆਨ ਹੀ ਅਸਲ ਮਨੁੱਖ ਨੂੰ ਧਰਮੀ ਬਣਾਉਂਦਾ ਹੈ। ਆਓ ਜੀ ਇਹ ਵਿਚਾਰਾਂ ਆਰੰਭ ਕਰੀਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਫਤਿਹ। ਸਾਰੇ ਹੱਥ ਬੰਨ੍ਹ ਕੇ ਸਿਰ ਝੁਕਾ ਕੇ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾ ਸੰਤੂਖ ਸ਼ਰਮਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਇਹ ਸਾਰੇ ਨਾਥਾਂ ਦੇ ਜੋਗੀਆਂ ਦੇ ਚਿੰਨ੍ਹ ਨੇ। ਸਤਿਗੁਰੂ ਜੀ ਦੀ ਸਿੱਧਾਂ ਦੇ ਨਾਲ ਜਿਹੜੀ ਗੋਸ਼ਟੀ ਹੋਈ ਹੈ, ਸਿੱਧ ਗੋਸ਼ਟ ਬਾਣੀ 'ਚ ਪੜ੍ਹਦੇ ਹਾਂ ਅਸੀਂ। ਸੁਮੇਰ ਪਰਬਤ ਹੋਈ ਹੈ, ਦੂਸਰੀ ਅਚਲ ਬਟਾਲੇ ਪੜ੍ਹਦੇ ਹਾਂ, ਅਤੇ ਤੀਸਰੀ ਨਾਨਕ ਮਤੇ ਜਿਹੜੀ ਪਹਿਲੀ ਉਦਾਸੀ ਵੇਲੇ ਸਤਿਗੁਰੂ ਜੀ ਨਾਨਕ ਮਤੇ ਗਏ ਨੇ, ਜਿਹੜਾ ਗੋਰਖ ਮਤਾ ਸੀ ਉੱਥੇ ਹੋਈ ਹੈ। ਇਸ ਤੋਂ ਇਲਾਵਾ ਵੀ ਸਤਿਗੁਰੂ ਜੀ ਜਿੱਥੇ ਜਿੱਥੇ ਜੋਗੀਆਂ ਦੇ ਨਾਲ ਮਿਲੇ ਨੇ ਅਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਸਿੱਖਿਆਵਾਂ ਦਿੱਤੀਆਂ ਨੇ। ਕਿਸੇ ਜੋਗੀ ਨੇ ਸਤਿਗੁਰ ਅੱਗੇ ਸ਼ਰਾਬ ਦਾ ਪਿਆਲਾ ਲਿਆ ਕੇ ਰੱਖਿਆ, ਸਤਿਗੁਰੂ ਜੀ ਨੇ ਫਿਰ ਉੱਥੇ ਵੀ ਸ਼ਬਦ ਉਚਾਰਿਆ ਕਿ ਇਹ ਤਾਂ ਮੈਂ ਪੀ ਬੈਠਾ ਪਿਆਲਾ। ਕਿਹੜਾ? ਕਹਿੰਦੇ ਮੈਂ ਐਸਾ ਪਿਆਲਾ ਪੀਤਾ ਜਿਹਨੂੰ ਪੀਣ ਤੋਂ ਬਾਅਦ ਕਿਸੇ ਹੋਰ ਨਸ਼ੇ ਦੀ ਲੋੜ ਨਹੀਂ ਹੈ। ਇਹ ਪਿਆਲਾ ਪੀ ਕੇ ਤੁਸੀਂ ਬੇਹੋਸ਼ ਹੋ ਜਾਓਗੇ, ਨਸ਼ੇ ਵਿੱਚ ਹੋ ਜਾਓਗੇ। ਮੈਂ ਜਿਹੜਾ ਪਿਆਲਾ ਨਾਮ ਦਾ ਪੀ ਲਿਆ, ਮੈਂ ਸਦਾ ਹੀ ਹੋਸ਼ ਵਿੱਚ ਆ ਗਿਆ, ਮੈਨੂੰ ਉਸ ਤੋਂ ਬਾਅਦ ਕਿਸੇ ਵੀ ਨਸ਼ੇ ਦੀ ਲੋੜ ਨਹੀਂ ਹੈ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਣੀ ਕਸ ਪਾਈਐ, ਭਾਠੀ ਪਵਨ ਪ੍ਰੇਮ ਕਾ ਪੋਚਾ, ਇਤਰਸ ਅਮਿਓ ਚੁਵਾਈ ਹੈ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਮੈਂ ਨਾਮ ਰਸ ਪੀ ਲਿਆ, ਇਹ ਪਿਆਲਾ ਪੀਤਾ। ਉਹਦੇ ਵਿੱਚ ਕਿਉਂਕਿ ਆਖਰੀ ਤੁਕ ਹੈ ਨਾ ਕਿ ਭਰਥਰ ਜੋਗੀ ਦਾ ਜ਼ਿਕਰ ਕੀਤਾ, ਇਹਦਾ ਮਤਲਬ ਉਹ ਜੋਗੀ ਨਾਥਾਂ ਦੇ ਨਾਲ ਹੈ। ਇੱਕ ਸ਼ਬਦ ਅਸੀਂ ਪੜ੍ਹਦੇ ਹਾਂ, ਜੋਗ ਨਾ ਖਿੰਤਾ ਜੋਗ ਨਾ ਡੰਡਾ, ਜੋਗ ਨਾ ਪਸਮ ਚੜ੍ਹਾਈ ਹੈ, ਜੋਗ ਨਾ ਮੁੰਡੀ ਮੂੰਡ ਮੁੰਡਾਇਆ, ਜੋਗ ਨਾ ਸਿੰਘੀ ਵਾਈ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੈ। ਇਸ ਤੁਕ ਨੂੰ ਬਸ ਆਪਣੇ ਮਨ ਦੇ ਵਿੱਚ ਚੇਤਾ ਕਰ ਲਿਓ। ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਇਸ ਪੌੜੀ ਦੀ ਵਿਆਖਿਆ ਚਲੇਗੀ ਜੀ। ਇਹ ਪੜ੍ਹਾਂਗੇ ਹੁਣੇ। ਆਈ ਪੰਥੀ ਸਗਲ, ਜਿਹੜਾ ਜਮਾਤੀ ਲਫ਼ਜ਼ ਹੈ ਨਾ, ਅਸੀਂ ਕਹਿੰਦੇ ਹਾਂ ਜਮਾਤੀ, ਸਾਡੀ ਜਮਾਤ ਦਾ ਪੜ੍ਹਨ ਵਾਲਾ। ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਬਰਾਬਰ ਦੇਖਣਾ ਸਭ ਨੂੰ, ਜੋਗੀ ਕਹੀ ਹੈ ਸੋਈ। ਸੋ ਆਓ ਜੀ ਇਸ ਬਾਰੇ ਤੁਰੀਏ। ਭਾਵੇਂ ਕਿ ਅਚਲ ਬਟਾਲੇ ਦੀਆਂ ਸਾਰੀਆਂ ਜਿਹੜੀ ਸਤਿਗੁਰੂ ਜੀ ਦੇ ਨਾਲ ਭੇਟਾਂ ਹੋਈਆਂ ਨੇ ਜੋਗੀਆਂ ਦੀਆਂ, ਉਹਦਾ ਜ਼ਿਕਰ ਭਾਈ ਗੁਰਦਾਸ ਜੀ ਵੀ ਕਰਦੇ ਹੈ। ਜਦ ਗੁਰੂ ਸਾਹਿਬ ਅਚਲ ਬਟਾਲੇ ਨੂੰ ਗਏ ਅਤੇ ਉੱਥੇ ਜੋਗੀ ਬੈਠੇ ਸਨ,
ਸੋ ਸਾਰਾ ਜਿਹੜੀ ਉੱਥੇ ਭੇਟ ਹੋਈ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਪ੍ਰਸ਼ਨ ਕੀਤੇ। ਮਹਾਰਾਜ ਨੇ ਆਖਿਆ ਕਿ ਬਾਬਾ ਆਖੇਨਾਥ ਜੀ ਕਿ ਤੇਰੀ ਮਾਊ ਕੁਚੱਜੀ ਆਈ। ਮਹਾਰਾਜ ਜੀ ਨੇ ਕਿਹਾ ਕੁਚੱਜੀ ਮੱਤ ਲੈ ਕੇ ਤੁਸੀਂ ਫਿਰਦੇ ਹੋ। ਤੇ ਫਿਰ ਉਹਨਾਂ ਨੇ ਪੁੱਛਿਆ ਸੁਚੱਜੀ ਮੱਤ ਕੀ ਹੈ? ਫਿਰ ਮਹਾਰਾਜ ਕਹਿੰਦੇ ਸੁਚੱਜੀ ਮੱਤ ਇਹ ਹੈ ਕਿ ਕੰਨਾਂ ਦੇ ਵਿੱਚ, ਕੰਨਾਂ ਨੂੰ ਛੇਦਣ ਦੇ ਨਾਲ, ਜੋਗੀ ਲੋਕ ਕੰਨਾਂ ਨੂੰ ਛੇਦਦੇ ਨੇ, ਮੁੰਦਰਾਂ ਪਾਉਂਦੇ ਨੇ ਤਾਂ ਕਿ ਮਨ ਕਾਬੂ ਵਿੱਚ ਆ ਜਾਏ। ਮਹਾਰਾਜ ਕਹਿੰਦੇ ਹੈ ਕੰਨਾਂ ਨੂੰ ਛੇਦਣ ਦੇ ਨਾਲ ਸੰਤੋਖ ਨਹੀਂ ਆਉਂਦਾ, ਆਪਣੇ ਮਨ ਦੀਆਂ ਬੇਲੋੜੀਆਂ ਤ੍ਰਿਸ਼ਨਾਵਾਂ ਨੂੰ ਛੇਦਣ ਦੇ ਨਾਲ ਸੰਤੋਖ ਆਉਂਦਾ। ਜਿਹੜੀਆਂ ਬੇਲੋੜੀਆਂ ਤ੍ਰਿਸ਼ਨਾਵਾਂ ਨੇ ਨਾ, ਜਿਹਨੂੰ ਕੋਈ ਸਾਨੂੰ ਪੂਰਤੀ ਕਰਕੇ ਫਾਇਦਾ ਨਹੀਂ ਹੋਣਾ, ਬਸ ਐਵੇਂ ਮਨ ਨੂੰ ਤੰਗ ਕਰਦੀਆਂ, ਇਹ ਵੀ ਚਾਹੀਦਾ, ਮਹਾਰਾਜ ਕਹਿੰਦੇ ਉਹਨੂੰ ਛੇਦਣ ਦੇ ਨਾਲ ਮਨ ਦੇ ਅੰਦਰ ਸੰਤੋਖ ਆਏਗਾ। ਮੁੰਦਾ ਸੰਤੋਖ, ਇਹ ਦੋ ਚਿੰਨ੍ਹ ਨੇ ਜੀ ਸਰੀਰ ਦੇ। ਇੱਕ ਕੰਨ ਜਿੱਥੇ ਈਅਰਿੰਗਸ ਪਾਉਂਦੇ ਨੇ ਜੋਗੀ ਲੋਕ, ਅਤੇ ਇੱਕ ਪੈਰ ਦੇ ਅੰਗੂਠੇ ਤੇ ਉਂਗਲੀ ਦੇ ਵਿਚਕਾਰ ਦਾ ਥਾਂ ਜਿੱਥੇ ਖੜਾਵਾਂ ਪਾਈਆਂ ਜਾਂਦੀਆਂ ਨੇ। ਇਹ ਦੋ ਥਾਵਾਂ, ਇਹ ਖੜਾਵਾਂ ਵੀ ਜੋਗੀਆਂ ਦੀ ਹੀ ਸਿਰਜੀ ਹੋਈ ਹੈ ਕਿ ਖੜਾਵਾਂ ਜਿਹੜੀ ਲੱਕੜ ਦੀਆਂ ਉਹਦੇ ਵਿੱਚ ਇੱਕੋ ਹੀ ਕਿੱਲੀ ਹੁੰਦੀ ਹੈ ਵਿਚਕਾਰ, ਉਹਨੂੰ ਪੈਰ ਵਿੱਚ ਫਸਾਇਆ ਜਾਂਦਾ ਹੈ। ਜਿੱਥੇ ਉਹਦਾ ਜ਼ੋਰ ਪੈਂਦਾ ਉਹ ਕਾਮ ਵਾਸ਼ਨਾਵਾਂ ਨੂੰ ਰੋਕਦਾ ਹੈ। ਇਹ ਕੰਨ ਵਾਲਾ ਪੁਆਇੰਟ ਜੇ ਇਹਦੇ ਵਿੱਚ ਮੁੰਦਰਾਵਾਂ ਪਾਈਆਂ ਜਾਣ ਤੇ ਜੋਗੀ ਜਾਣਦੇ ਨੇ ਕਿ ਇਹ ਸਰੀਰ ਦੇ ਦੋ ਪੁਆਇੰਟ ਜਿਹੜੇ ਨੇ ਸਾਇੰਟੀਫਿਕਲੀ ਇਹ ਇੱਛਾਵਾਂ ਨੂੰ ਕਾਬੂ ਰੱਖਦੇ ਨੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਕੰਨ ਨੂੰ ਛੇਦਣ ਨਾਲ ਜਾਂ ਸਰੀਰ ਵਿੱਚ ਛੇਕ ਕਰਨ ਦੇ ਨਾਲ ਇੱਛਾਵਾਂ 'ਤੇ ਕਾਬੂ ਨਹੀਂ ਹੁੰਦਾ, ਮਨ ਰੂਪੀ ਇੱਛਾਵਾਂ ਨੂੰ ਛੇਦਣ ਦੇ ਨਾਲ ਸੰਤੋਖ ਦੀ ਪ੍ਰਾਪਤੀ ਹੈ। ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਸ਼ਰਮ ਪਤ ਝੋਲੀ, ਇਹਨੂੰ ਸ਼ਰਮ ਤਾਕਤ ਵਾਲਾ ਕਿਹਾ, ਇਹਨੂੰ ਘੁੰਡ ਵਾਲਾ ਸ਼ਰਮ ਨਹੀਂ ਕਿਹਾ ਕਿ ਤੂੰ ਸ਼ਰਮ ਕਰ, ਉਹ ਸ਼ਰਮ ਨਹੀਂ, ਇਹ ਸ਼ਰਮ ਹੈ ਸੰਸਕ੍ਰਿਤ ਦਾ ਮਸ਼ੱਕਤ। ਕਿ ਤੁਸੀਂ ਝੋਲੀ ਦੇ ਵਿੱਚ, ਭਾਵ ਜਿਹੜਾ ਤੁਸੀਂ ਭਾਂਡਾ ਰੱਖਿਆ ਹੋਇਆ, ਜਦ ਤੁਸੀਂ ਪਹਾੜਾਂ ਤੋਂ ਉਤਰ ਕੇ ਆਉਂਦੇ ਹੋ ਤੇ ਫਿਰ ਤੁਸੀਂ ਗ੍ਰਸਤੀਆਂ ਦੇ ਘਰ ਮੰਗਣ ਜਾਂਦੇ ਹੋ, ਲਿਓ ਜੀ ਦਿਓ, ਆਪਣਾ ਪਵਿੱਤਰ ਕਰੋ, ਆਪਣਾ ਘਰ ਦੇ ਵਿੱਚ ਅੰਨ ਪਾਣੀ ਸਾਨੂੰ ਦੇ ਕੇ। ਮਹਾਰਾਜ ਕਹਿੰਦੇ ਮੰਗਤੇ ਹੋ ਤੁਸੀਂ, ਭਿਖਾਰੀ ਹੋ, ਕੰਮ ਕਰੋ, ਸ਼ਰਮ ਮਸ਼ੱਕਤ ਕਰੋ, ਕਿਰਤ ਵਿਰਤ ਕਰੋ, ਜੁਗਤ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰੋ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੈ, ਕਿ ਐਵੇਂ ਭਿੱਖ ਮੰਗੇ ਰੱਬ ਦੀ ਦਰਗਾਹ 'ਚ ਕਬੂਲ ਨਹੀਂ ਹੁੰਦੇ। ਅਤੇ ਜਿਨ੍ਹਾਂ ਤੋਂ ਤੁਸੀਂ ਮੰਗ ਕੇ ਖਾਂਦੇ ਹੋ ਫਿਰ ਉਹਨਾਂ ਨੂੰ ਨਿੰਦਦੇ ਹੋ ਤੁਸੀਂ ਕਿ ਨਹੀਂ ਜੀ ਅਸੀਂ ਉੱਚੇ ਹਾਂ, ਇਹ ਨੀਵੇਂ ਆ, ਅਸੀਂ ਜੋਗੀ ਹੁੰਦੇ ਹਾਂ ਅਤੇ ਇਹ ਗ੍ਰਸਤੀ ਹੁੰਦੇ ਆ, ਗ੍ਰਸਤੀਆਂ ਦਾ ਸਾਡੇ ਨਾਲ ਕੀ ਮੁਕਾਬਲਾ। ਸ਼ਰਮ ਕਰੋ, ਯਤਨ ਕਰੋ, ਮਸ਼ੱਕਤ ਕਰੋ। ਐਵੇਂ ਨਹੀਂ ਕਿ ਸਿੱਧ ਛੁਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਐਵੇਂ ਦਲਿੱਦਰਤਾ ਨਹੀਂ ਕਿ ਬਾਬਾ ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਗਏ ਨਾ, ਫਿਰ ਬਾਬਾ ਗਿਆ ਸੁਮੇਰ ਪਰਬਤ ਦੀ ਇਹ ਸਾਰੀ ਚਲਦੀ ਹੈ ਪੌੜੀ। ਮਹਾਰਾਜ ਕਿ ਸਤਿਗੁਰੂ ਜੀ ਨੇ ਵੇਖਿਆ ਕਿ 84 ਸਿੱਧ ਗੋਰਖ ਆਦ ਮਨ ਅੰਤਰ ਗਣਤੀ ਵਰਤਾਈ। ਉਹਨਾਂ ਨੇ ਪੁੱਛਿਆ, ਜੋਗੀ ਹੈਰਾਨ ਹੋ ਗਏ ਇਹ ਕੌਣ ਆ ਗਿਆ, ਕਿਉਂਕਿ ਉਹਨਾਂ ਦੀ ਥਾਂ 'ਤੇ ਕੋਈ ਪਹੁੰਚ ਨਹੀਂ ਸਕਦਾ, ਕੋਈ ਨਹੀਂ ਪਹੁੰਚ ਸਕਦਾ, ਪਰ ਗੁਰੂ ਸਾਹਿਬ ਪਹੁੰਚੇ। ਅਤੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਕੰਨ ਨੂੰ ਨਾ ਛੇਦੋ, ਆਪਣੀ ਇੱਛਾਵਾਂ ਨੂੰ ਛੇਦੋ, ਉਹ ਸੰਤੋਖ ਪੈਦਾ ਕਰੇਗਾ। ਆਪਣੇ ਅੰਦਰ ਮਸ਼ੱਕਤ ਲੈ ਕੇ ਆਓ, ਐਵੇਂ ਦਲਿੱਦਰ ਨਾ ਬਣੋ ਘਰ-ਬਾਰ ਗ੍ਰਸਤੀ ਛੱਡ ਕੇ। ਗ੍ਰਸਤੀ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ, ਗ੍ਰਸਤੀ ਦੀਆਂ ਪਰੇਸ਼ਾਨੀਆਂ ਨੂੰ ਸੁਲਝਾ ਲਓ, ਤੁਸੀਂ ਜੋਗੀ ਬਣ ਜਾਓਗੇ। ਕਿਉਂਕਿ ਗ੍ਰਸਤੀ ਦੀ ਪਰੇਸ਼ਾਨੀ ਕਦਮ ਕਦਮ 'ਤੇ ਹੈ। ਗ੍ਰਸਤੀ ਬੰਦਾ ਕੋਈ ਸੌਖਾ ਬੰਦਾ ਨਹੀਂ ਹੋ ਸਕਦਾ, ਕੋਈ ਉਸ ਗ੍ਰਸਤੀ ਇੱਕ ਸਿਰੜੀ ਬੰਦਾ ਹੈ ਜਿਹੜਾ ਕਦਮ ਕਦਮ ਦੀਆਂ ਪਰੇਸ਼ਾਨੀਆਂ ਨੂੰ ਝੱਲ ਕੇ ਉਹਨੂੰ ਮਿੱਠਾ ਮੰਨ ਕੇ, ਭਾਵ ਕਿ ਸੀਰੀਅਸਲੀ ਨਹੀਂ ਹੁੰਦਾ, ਜਿਹਨੂੰ ਗੁਰੂ ਅਮਰਦਾਸ ਕਹਿੰਦੇ ਨਾ ਕਿ ਇਹ ਚਲਤ ਹੈ, ਇਸ ਸੰਸਾਰ ਨੂੰ ਖੇਡ ਬਣਾਓ, ਸੀਰੀਅਸ ਨਾ ਹੋਵੋ, ਇਹਨੂੰ ਆਨੰਦ ਦੇ ਵਿੱਚ ਜੀਵੋ, ਹਾਸੇ ਖਿੜੇ ਮੱਥੇ ਇਹਨੂੰ ਕਬੂਲ ਕਰਕੇ। ਇਹ ਹੁੰਦੀਆਂ ਨੇ ਪਰੇਸ਼ਾਨੀਆਂ ਕਦਮ ਕਦਮ 'ਤੇ। ਮਹਾਰਾਜ ਕਹਿੰਦੇ ਆਓ ਇੱਕ ਵਾਰੀ ਗ੍ਰਸਤ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ। ਇਹ ਸ਼ਰਮ ਕਰਕੇ ਦੇਖੋ, ਇਹ ਝੋਲੀ ਪਵਾਓ ਆਪਣੀ ਜਿਹੜੀ ਤੁਸੀਂ ਭਾਂਡਾ ਰੱਖਿਆ। ਧਿਆਨ ਕੀ ਕਰ ਹੈ ਵਿਭੂਤ, ਅਤੇ ਪਿੰਡੇ ਉੱਤੇ ਤੁਸੀਂ ਵਿਭੂਤੀ ਮਲ ਲੈਂਦੇ ਹੋ, ਸ਼ਮਸ਼ਾਨ ਘਾਟ ਤੋਂ ਲੈ ਕੇ ਜਾਂ ਅੱਗ ਦੀ ਵਿਭੂਤੀ ਮਲ ਲੈਂਦੇ ਹੋ। ਇਹ ਕਿਹਦੀ ਚੇਤੇ ਕਰਾਉਂਦੀ ਹੈ ਕਿ ਸਰੀਰ ਮਿੱਟੀ ਹੈ। ਮਹਾਰਾਜ ਕਹਿੰਦੇ ਅੰਦਰ ਧਿਆਨ ਵਿੱਚ ਮੌਤ ਚੇਤੇ ਹੋਏ ਨਾ, ਫਿਰ ਬਾਹਰ ਪਿੰਡੇ 'ਤੇ ਵਿਭੂਤੀ ਮਲਣ ਦੀ ਕੋਈ ਲੋੜ ਨਹੀਂ ਪੈਂਦੀ। ਸੱਚੇ ਗਿਆਨ, ਸੱਚਾ ਸੰਤੋਖ, ਸੱਚਾ ਸ਼ਰਮ ਮਸ਼ੱਕਤ ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੰਤੋਖ ਪੈਦਾ ਕਰੋ, ਸ਼ਰਮ ਲੈ ਕੇ ਆਓ, ਯਤਨ ਦਲਿੱਦਰਤਾ ਨਾਲ ਲਿਆਓ ਜੀਵਨ ਵਿੱਚ। ਅਤੇ ਮਹਾਰਾਜ ਕਹਿੰਦੇ ਆ ਧਿਆਨ ਆਪਣੇ ਮਨ ਦੇ ਅੰਦਰ ਟਿਕਾਓ। ਇਹ ਜੋਗੀ ਦੀ, ਇਹ ਗੁਰਮਤ ਵਾਲੇ ਯੋਗ ਦੀ ਵਿਭੂਤੀ ਹੈ। ਖਿੰਤਾ ਕਾਲ ਕੁਵਾਰੀ ਕਾਇਆ, ਇਹ ਆਪ ਜੀ ਨੇ ਸਰਵਣ ਕੀਤਾ ਹੈ। ਖਿੰਤਾ ਦਾ ਮਤਲਬ ਹੈ ਜੀ ਉਹ ਕੱਪੜਾ, ਉਹ ਇਸ ਤਰ੍ਹਾਂ ਦੀ ਚੱਦਰ ਜਿਹੜੀ ਪਿੰਡੇ ਤੇ ਲਪੇਟ ਕੇ ਨਾ ਇੱਥੇ ਝੋਲੀ ਜੀ ਬਣਾ ਲਈ ਜਾਂਦੀ ਹੈ।
ਉਹਦੇ ਵਿੱਚ ਸਮਾਨ ਪਾ ਲਿਆ ਜਾਂਦਾ ਹੈ। ਖਿੰਤਾ ਕਾਲ, ਮਹਾਰਾਜ ਕਹਿੰਦੇ ਉਹ ਚੱਦਰ ਦੇ ਵਿੱਚ ਤੂੰ ਚੀਜ਼ਾਂ ਇਕੱਠੀਆਂ ਕਰ ਰਿਹਾ ਹੈ, ਤੇਰੀ ਮੌਤ ਹੀ ਤੇਰੀ ਖਿੰਤਾ ਹੋਏ, ਤੈਨੂੰ ਮੌਤ ਦਾ ਚੇਤਾ ਹੋਏ ਕਿ ਤੂੰ ਮਰਨਾ ਹੈ। ਜਿਹੜੀ ਤੂੰ ਚਾਦਰ ਇੱਥੇ ਲਪੇਟੀ ਖਿੰਤਾ ਬਣਾਈ ਹੋਈ, ਆਪਣਾ ਬੋਝਾ ਬਣਾਇਆ ਹੋਇਆ, ਬਗਲ ਬਣਾਇਆ ਹੋਇਆ, ਕਿ ਬਗਲ ਮਤਲਬ ਜਿਹੜੀ ਖਿੰਤਾ ਤੂੰ ਸਦਾ ਆਪਣੇ ਨਾਲ ਰੱਖਦਾ ਹੈ ਨਾ, ਇਹ ਛੱਡ ਦੇ, ਮੌਤ ਨੂੰ ਸਦਾ ਚੇਤੇ ਕਰ। ਜੇ ਜਾਣਾ ਮਰ ਜਾਈ ਹੈ, ਘੁੰਮ ਨਾ ਆਈ ਹੈ, ਝੂਠੀ ਦੁਨੀਆ ਲੱਗਣਾ ਆਪ ਵੰਝਾਈ ਹੈ। जिस दिन मौत चेते आ जाएगी उस दिन चेते आ जाएगा कबीर सूता क्या करे है, उठ के ना जप है मुरार, एक दिन सोवन ओएगो लाभे गोड पसार। खिंता काल, काल तेनू चेता होए कि तेरा समा बहुत घट है। कुआरी काया, ये कुआरी काया बारे मैं उस दिन समझा जिस दिन मैं नानक बंते साहब गया। जोगी लोग अपने ध्यान नू दृढ़ करने वास्ते ना एक कुआरी बच्ची नू अपने नाल रखते ने सदा ही। वो मनते ने नाथ परंपरा की, ये अज तक परंपरा चल रही है। नाथ लोग एक कुआरी कुड़ी नू अपने नाल रखते ने। पुछो क्यों? कहते जिस वेले असी ध्यान की पूर्ण बिरती ते जाना होंदा ना, जिस तरह शिव ते शक्ति का मेल होंदा है, प्राकृत ते पुरख ते प्राकृति का मेल होंदा है, जिस तरह जड़ ते चेतन का मेल होंदा है, उस वेले सानू कुआरी काया की कुड़ी जिहड़ी कुआरी औरत है, ये सानू साडे मठ दे विच जरूरी चाहिदी हुंदी है, जिहड़ी साडे ध्यान नू उहदे विच जोड़दी है। पर होया कि इन्हां नाथ ने अपने मठां दे विच जद एक कुआरी औरतां नू रखना शुरू किया, हौली हौली इन्हां दे अंदर विकार आ गए ते उहदे नाल उही नाथ विभचारी हो गए। इहदा जिक्र नानक मते दी धरती ते मिलदा है। जद सतगुरु जी गोरख मते पहुँचे, जिथे सतगुरु जी नू करामातां दिखाईयां, रुख उड़ा दिता जोगियां ने, कितना कुछ है, सारा कुछ उत्थे बड़ियां करामातां दिखाईयां। वो रुख उत्थे देखो ज़मीन तो कितना उच्चा है, वो पिपल दा रुख जिहड़ा गुरु नानक साहब जी दे थल्ले बैठे सन, उत्थे ही रुक गया। फिर गुरु नानक साहब दी उत्थे आमद होण दे नाल दुनिया इकट्ठी हो गई। उत्थे किन्ने 100 सालां तो गोरख मत दा मठ सी, दुनिया उन्हों पूजदी सी, पर गुरु नानक साहब अगे सिजदा करन लग गए तो गोरख लोगों नूं अग लग गई। ये की हो गया? वो रोला पा के कहण कि ये गोरख दी थां है, ये किसी होर दी थां नहीं है, इत्थे सिर झुकाउणा है तो जोगियां नूं झुकाओ, होर किसी अगे नहीं। पर गुरु नानक साहब दी ते अजमत बड़ी वड्डी है। उन्होंने की कीता, जिहड़ी उन्हां कोल कुआरी कुड़ी सी ना, अज तुसीं दरबार साहब जिहड़ा उत्थे अंदर दरबार हॉल है नानक मते विच, प्रकाश दे जिथे नाल स्टेज कीर्तन दे बिल्कुल पिछे ना एक टोआ है छोटा जिहा। वो की कीता सी, जिहड़ी उन्हां कोल कुआरी काया कुड़ी हुंदी सी ना, कुड़ी सी, उन्होंने जोगियां ने की कीता, टोआ पट के बड़ा डूंगा उस कुड़ी नूं अंदर पाता ते उत्ते कख जा टिकाता ते कहा कि जिस वेले असी रोला पा के पुछांगे ना कि ये धरती किहदी है, ते तू उच्चा बोल के दसी कि ये धरती गोरखनाथ दी है, ये गोरख दा मठ है, ये गोरख मत है। यही होया गुरु नानक साहब नूं उन्होंने कहा, गुरु नानक साहब फैसला कर लेंदे आ ये धरती किहदी है। महाराज कहते मैं तो नहीं इस धरती नूं मलण आया, पर तुहानूं ये शंका है कि कित्थे ये धरती मैं मलण आया। वो कहते धरती बोल के दसेगी किहदी धरती है। जोगी कहते, महाराज मुस्करा पे, महाराज नूं ते पता ही सी सब कुछ। कहते ये धरती बोल के दसेगी धरती किहदी है। उन्होंने जोगियां ने उच्ची आवाज़ मारी, धरती माँ तू दस किहदी है। वो अगों बोली नहीं कुछ। जिहड़ी वो कुआरी कुड़ी उन्होंने छोटी बच्ची पाई सी अंदर, बच्चा वो बोलिया ही नहीं कुछ। उन्हें फिर कहा ये धरती किहदी है, वो बच्चा ही नहीं बोलिया। अगों तीजी बारी कहा ये धरती किहदी है, नहीं बोलिया। गुरु नानक साहब ने कहा इवें नहीं। तो जोगी कहते किवें? महाराज कहते हुण पुछे धरती किहदी है। जोगियां ने फिर पूछे धरती किहदी है। जब चौथी बार पूछया, धरती का रोम रोम बोल के उठिया, नानक नानक नानक। ये नानक मत है, ये नानक दी धरती है, ये नानक दी धरती है। महाराज ने कहा पहला टोआ पट्टो, उस बच्ची नूं बाहर कड्डो जिहड़े अंदर तुसीं फसाई है। वो बच्ची नूं बाहर कढ़िया। कहंदे ये बोली, कहंदे ये नहीं बोली। धरती ने बोल के दस्या कि ये नानक मत है। कुआरी काया दा जिक्र किया गुरु नानक, ताइयों अज उस धरती का नाम नानक मत है, उस धरती ने। और उस तो बाद जोगियां ने सिर झुकाया गुरु नानक साहब अगे। कहंदे जी असी गंगा इशनान च जाना है। महाराज कहंदे जे गंगा ही इत्थे आ जाए, जे गंगा ही इत्थे आ जाए, कहंदे तो ये तो हो नहीं सकता। महाराज ने मरदाने नूं कुहाड़ा दिता, क्या कि वो इत्थों कुछ मील दूर जाओ,
ਉਥੇ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਲੈ ਕੇ ਕੁਹਾੜਾ ਘਸੀੜਦੇ ਹੋਏ ਨਾ ਆ ਜਿਓ, ਬਸ ਇੱਥੇ ਤੱਕ ਆ ਜਿਓ। ਮਰਦਾਨਾ ਨੂੰ ਕਿਹਾ ਕਿ ਭਾਈ ਪਿੱਛੇ ਨਹੀਂ ਵੇਖਣਾ। ਬਸ ਮਰਦਾਨਾ ਜੀ ਕੁਹਾੜਾ ਘਸੀੜਦੇ ਹੋਏ ਆਂਦੇ ਰਹੇ। ਜਿੱਥੇ ਮਰਦਾਨਾ ਜੀ ਨੇ ਪਿੱਛੇ ਵੇਖ ਲਿਆ ਉੱਥੇ ਤੱਕ ਹੀ ਪਾਣੀ ਰੁਕ ਗਿਆ, ਨਹੀਂ ਤੇ ਉਹ ਪਾਣੀ, ਉਹ ਜਲ ਦਾ ਸੋਮਾ ਨਾਨਕ ਮਤੇ ਤੱਕ ਆਉਣਾ ਸੀ। ਉਹਨੂੰ ਗੰਗਾ ਆਖਿਆ ਜਾਂਦਾ ਹੈ। ਉੱਥੇ ਤੱਕ ਜਲ ਪਵਿੱਤਰ ਆਇਆ। ਉੱਥੇ ਗੁਰੂ ਨਾਨਕ ਸਾਹਿਬ ਪਾਣੀ ਲੈ ਕੇ ਆਏ। ਬਹੁਤ ਵੱਡਾ ਦਰਿਆ ਉੱਥੇ ਹੈ, ਬਹੁਤ ਸੋਹਣਾ, ਐਂ ਲੱਗਦਾ ਜਿਸ ਤਰ੍ਹਾਂ ਸਮੁੰਦਰ ਹੈ, ਜਿਸ ਤਰ੍ਹਾਂ ਕੋਈ ਬਹੁਤ ਭਾਰੀ ਨਦੀ ਹੈ। ਉਹ ਵੀ ਗੁਰੂ ਨਾਨਕ ਸਾਹਿਬ ਲੈ ਕੇ ਆਏ। ਸਿਰਫ ਕੁਆਰੀ ਕਾਇਆਂ ਦਾ ਜ਼ਿਕਰ ਹੈ ਕਿ ਕੁਆਰੀ ਕੁੜੀ ਨੂੰ ਤੁਸੀਂ ਰੱਖਣਾ ਮੱਠਾਂ ਦੇ ਵਿੱਚ ਤੇ ਫਿਰ ਵਿਭਚਾਰੀ ਹੋ ਜਾਣਾ, ਉਹ ਜ਼ਰੂਰੀ ਨਹੀਂ। ਤੁਸੀਂ ਜੇ ਕਹਿੰਦੇ ਹੋ ਕਿ ਸ਼ਿਵ ਤੇ ਸ਼ਕਤੀ ਦਾ ਮਿਲਾਪ ਧਿਆਨ ਨਾਲ ਹੁੰਦਾ ਹੈ, ਆਤਮਾ ਨੂੰ ਖਸਮ ਬਣਾਓ ਤੇ ਆਪਣੇ ਸਰੀਰ ਨੂੰ ਕੁਆਰੀ ਕਾਇਆ ਬਣਾਓ, ਵਿਕਾਰਾਂ ਤੋਂ ਬਿਲਕੁਲ ਨਿਰਲੇਪ ਪਵਿੱਤਰ ਸਰੀਰ ਬਣਾਓ, ਜਿਸ ਸਰੀਰ ਦੇ ਵਿੱਚ ਵਿਕਾਰ ਨਾ ਹੋਣ, ਜਿਸ ਸਰੀਰ ਦੇ ਵਿੱਚ ਵਿਭਚਾਰਤਾ ਨਾ ਹੋਏ। ਇਸ ਸਰੀਰ ਨੂੰ ਕਾਇਆ ਬਣਾਓ ਜਿਹੜੀ ਕੁਆਰੀ ਹੋਏ, ਭਾਵ ਵਿਕਾਰਾਂ ਤੋਂ ਪੜ੍ਹਾ ਹੋਏ। ਫਿਰ ਦੇਖੋ ਇਸ ਕਾਇਆ ਦੇ ਨਾਲ ਜਦ ਆਤਮਾ ਦਾ ਮਿਲਾਪ ਹੁੰਦਾ ਹੈ, ਸਰੀਰ ਤੇ ਆਤਮਾ ਟਿਕਦੀ ਹੈ, ਫਿਰ ਕੈਸਾ ਜੋਗ। ਜੋਗ ਦਾ ਮਤਲਬ ਹੈ ਕਿ ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਫਿਰ ਪ੍ਰਭੂ ਨਾਲ ਮਿਲਾਪ ਹੁੰਦਾ ਹੈ। ਇਹਨੂੰ ਸਾਹਿਬ ਜੀ ਕਹਿੰਦੇ ਖਿੰਤਾ ਕਾਲ ਕੁਆਰੀ ਕਾਇਆ। ਕਾਇਆ ਨੂੰ ਪਵਿੱਤਰ ਰੱਖੋ, ਬਾਹਰ ਕੋਈ ਧੀ ਕੋਈ ਕੁੜੀ ਰੱਖਣ ਦੀ ਲੋੜ ਨਹੀਂ। ਇੱਥੇ ਜ਼ਿਕਰ ਕੀਤਾ ਸਰੀਰ ਨੂੰ ਕੁਆਰੀ ਕਾਇਆ ਬਣਾਓ। ਅੱਗੇ ਮਹਾਰਾਜ ਕਹਿੰਦੇ ਜੁਗਤ ਡੰਡਾ ਪ੍ਰਤੀਤ। ਜੁਗਤ ਜਿਹੜਾ ਹੱਥ 'ਚ ਡੰਡਾ ਪੜ ਕੇ ਰੱਖਦੇ ਨੇ ਜੋਗੀ ਲੋਕ, ਸੋਟਾ। ਮਹਾਰਾਜ ਕਹਿੰਦੇ ਆਪਣੇ ਮਨ ਦੇ ਅੰਦਰ ਜੁਗਤ ਕਰੋ। ਜਿਸ ਤਰ੍ਹਾਂ ਸੋਟਾ ਡਾਂਗ ਸਿੱਧੀ ਹੁੰਦੀ ਹੈ ਨਾ, ਆਪਣੇ ਮਨ ਨੂੰ ਸਿੱਧਾ ਰੱਖੋ, ਵਲ ਛਲ ਨਾ ਰੱਖੋ ਮਨ ਦੇ ਅੰਦਰ। ਜੁਗਤ ਡੰਡਾ ਪ੍ਰਤੀਤ, ਜੁਗਤ ਰੂਪੀ ਡੰਡਾ ਤੇ ਪ੍ਰਤੀਤ। ਪ੍ਰਤੀਤ ਦਾ ਮਤਲਬ ਹੈ ਆਪਣੇ ਮਨ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੀ ਚੇਤਾ, ਯਾਦ, ਕਿ ਪਤਾ ਲੱਗੇ ਕਿ ਮੈਂ ਵੱਡਾ ਨਹੀਂ ਹਾਂ, ਵੱਡਾ ਉਹ ਹੈ। ਇਸ ਜੁਗਤ ਦਾ ਡੰਡਾ ਬਣਾਓ ਤਾਂ ਅਸਲ ਜੋਗ ਕਾਇਮ ਹੋਏਗਾ ਜੀ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਈ ਪੰਥੀ, ਧੰਨਵਾਦ ਭਾਈ ਸਾਹਿਬ ਜੀ। ਆਈ ਪੰਥੀ ਦਾ ਮਤਲਬ ਹੈ ਜੀ ਜੋਗ ਮਤ ਦੀ 12 ਸਿਲਸਿਲੇ ਨੇ। 12 ਸਿਲਸਿਲਿਆਂ ਵਿੱਚੋਂ ਸਭ ਤੋਂ ਸਿਰਮੌਰ ਸਿਲਸਿਲਾ ਆਈ ਪੰਥੀ ਹੈ। ਸਿੰਧੀ ਭਾਸ਼ਾ ਦੇ ਵਿੱਚ ਮਾਂ ਨੂੰ ਆਈ ਆਖਿਆ ਜਾਂਦਾ ਹੈ। ਮਹਾਰਾਸ਼ਟਰ ਵਾਲੇ ਪਾਸੇ ਵੀ ਵੱਡੀ ਬਜ਼ੁਰਗ ਔਰਤ ਨੂੰ ਆਈ ਆਖਿਆ ਜਾਂਦਾ ਹੈ। ਆਈ ਕਿਸ ਲਈ ਆਖਿਆ ਗਿਆ? ਮਾਂ ਨੂੰ ਆਖਿਆ ਗਿਆ। ਜਿਹੜੀ ਯੋਗ ਪਰੰਪਰਾ ਹੈ ਨਾ, ਇਹ ਸ਼ਿਵ ਜੀ ਤੋਂ ਪ੍ਰਭਾਵਿਤ ਹੈ। ਪਰ ਜਿਹੜੀ 12 ਸਿਲਸਿਲੇ ਵਿੱਚੋਂ ਇੱਕ ਆਈ ਪੰਥੀ ਹੈ, ਇਹ ਪਾਰਵਤੀ ਜੀ ਨੂੰ ਪੂਜਦੀ ਹੈ ਅਤੇ ਪਾਰਵਤੀ ਮਾਂ ਹੈ ਅਤੇ ਉਸ ਮਾਂ ਨੂੰ ਇਹ ਆਈ ਆਖਦੇ ਨੇ ਕਿ ਪਾਰਵਤੀ ਨੂੰ ਪੂਜਣ ਵਾਲੇ। ਇਹਦਾ ਜ਼ਿਕਰ ਡਾਕਟਰ ਗੁਲਜ਼ਾਰ ਸਿੰਘ ਕੰਗ ਹੋਰਾਂ ਨੇ ਕੀਤਾ ਬੜਾ ਖੋਲ੍ਹ ਕੇ ਕਿ ਇਹ ਆਈ ਪੰਥੀ ਦਾ ਨਾਮ ਕਿਵੇਂ ਪਿਆ, ਇਹ ਆਈ ਕਿਉਂ ਕਿਹਾ ਗਿਆ। ਸਿੰਧੀ ਵਿੱਚ ਮਾਂ ਨੂੰ, ਮਾਤਾ ਨੂੰ ਆਈ ਆਖਿਆ ਗਿਆ ਅਤੇ ਇਹ ਪਾਰਵਤੀ ਜੀ ਹੋਰਾਂ ਦੇ ਜਿਹੜੇ ਉਪਾਸ਼ਕ ਨੇ ਸਾਰੇ, ਅਤੇ ਇਹਨਾਂ ਨੇ ਆਪਣਾ ਨਾਮ ਆਈ ਰੱਖਿਆ। ਆਈ ਮਾਰਗ ਵਾਲੇ, ਭਾਵ ਕਿ ਸਭ ਤੋਂ ਜੋਗੀ ਉੱਚੇ ਆਈ ਪੰਥੀ। ਅੱਗੇ ਮਹਾਰਾਜ ਕਹਿੰਦੇ ਸਗਲ ਜਮਾਤੀ। ਤੁਸੀਂ ਆਪਣੇ ਆਪ, ਕਿਉਂਕਿ 12 ਰਸਤੇ ਨੇ, 12 ਮੱਠ ਨੇ, 12 ਪੰਥ ਨੇ ਜੋਗੀਆਂ ਦੇ, ਇਹ ਇੱਕ ਦੂਸਰੇ ਦੇ ਪੱਕੇ ਵੈਰੀ ਨੇ। ਹਾਂ, ਜੇ ਬਹੁਤਾ ਤੁਸੀਂ ਜਾਣਨਾ ਹੋਏ, ਜਿਹੜਾ ਕੁੰਭ ਦਾ ਮੇਲਾ ਲੱਗਦਾ, ਮਸਕੀਨ ਜੀ ਨੇ ਵੀ ਇਹਦਾ ਜ਼ਿਕਰ ਕੀਤਾ ਹੋਇਆ। ਦਾਸ ਵੀ ਉੱਥੇ ਗਿਆ ਹੋਇਆ ਇੱਕ ਵਾਰੀ। ਮਸਕੀਨ ਜੀ ਨੇ ਜ਼ਿਕਰ ਕੀਤਾ ਹੋਇਆ ਕਿ ਜਦ ਜੋਗੀਆਂ ਦਾ ਉੱਥੇ ਪਹਿਲੇ ਦਿਨ ਜਿਸ ਵੇਲੇ ਗੰਗਾ ਇਸ਼ਨਾਨ ਹੁੰਦਾ ਨਾ, ਉਸ ਵੇਲੇ ਗੋਲੀਆਂ ਚੱਲ ਜਾਂਦੀਆਂ ਨੇ ਜੋਗੀਆਂ ਦੀ ਆਪਸ ਦੇ ਵਿੱਚ। ਕਿਉਂ? ਨਗਨ ਕਹਿੰਦੇ ਕਿ ਅਸੀਂ ਸਭ ਤੋਂ ਅੱਗੇ ਹੋਵਾਂਗੇ, ਆਈ ਪੰਥੀ ਕਹਿੰਦੇ ਅਸੀਂ ਸਭ ਤੋਂ ਅੱਗੇ ਹੋਵਾਂਗੇ। ਸਭ ਤੋਂ ਅੱਗੇ, ਸਭ ਤੋਂ ਪਹਿਲਾਂ ਕਿੰਨੇ ਇਸ਼ਨਾਨ ਕਰਨਾ ਹੁੰਦਾ, ਉਹਦੇ ਪਿੱਛੇ ਲੜਾਈਆਂ ਹੋ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡੀਆਂ 12 ਜਮਾਤਾਂ ਅਤੇ ਤੁਸੀਂ 12 ਹੀ ਇੱਕੋ ਰੂਪ ਦੇ ਵਿੱਚ ਨਹੀਂ ਬੈਠਦੇ, ਅਤੇ ਤੁਸੀਂ ਬਾਕੀ ਨੂੰ ਬਰਾਬਰ ਕਿਵੇਂ ਮੰਨੋਗੇ? ਰੱਬ ਦੀ ਬਣਾਈ ਹੋਈ ਸਾਰੀ ਕਾਇਨਾਤ ਇੱਕੋ ਹੈ। ਤੁਸੀਂ ਤਾਂ ਸਭ ਤੋਂ ਸਿਰਮੌਰ ਹੋ ਜੇ ਤੁਸੀਂ ਇਹ ਸਮਝੋਗੇ ਕਿ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਇਹ ਜਦ ਤੁਸੀਂ ਸਮਝੋਗੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਆਈ ਪੰਥੀ ਸਗਲ ਜਮਾਤੀ, ਸਾਰਿਆਂ ਨੂੰ ਬਰਾਬਰ ਸਮਝੋ, ਆਪਣੇ ਆਪ ਨੂੰ ਸਿਰਮੌਰ ਨਾ ਸਮਝੋ, ਆਪਣੇ ਆਪ ਨੂੰ ਸਾਰਿਆਂ ਦੇ ਬਰਾਬਰ ਸਮਝੋ। ਮਨ ਜੀਤਾ ਜਗਜੀਤ। ਅਤੇ ਤੁਸੀਂ ਸੰਸਾਰ ਨੂੰ ਰਿੱਧੀਆਂ ਸਿੱਧੀਆਂ ਦਿਖਾ ਕੇ ਉਹਨਾਂ ਨੂੰ ਆਪਣਾ ਪ੍ਰਭਾਵ ਪਾ ਕੇ ਜਿੱਤਦੇ ਹੋ, ਆਪਣੇ ਪਿੱਛੇ ਲਾਉਂਦੇ ਹੋ।
ਛੱਡੋ ਬਾਹਰ ਦੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਦਿਖਾਉਣੀਆਂ, ਆਪਣੇ ਮਨ ਨੂੰ ਜਿੱਤ ਲੋਗੇ, ਉਸ ਦਿਨ ਤੁਸੀਂ ਸ੍ਰਿਸ਼ਟੀ ਦੇ ਮਾਲਕ ਹੋ ਜਾਓਗੇ। ਮਨ ਜੀਤੈ ਜਗਜੀਤ, ਅੱਗੇ ਸਰਵਣ ਕਰੋ ਜੀ। ਆਦੇਸ਼ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਦੇਸ਼ ਕਰੋ, ਉਹਨੂੰ ਨਮਸਕਾਰ ਕਰੋ। ਇਹ ਆਦੇਸ਼ ਲਫ਼ਜ਼ ਜੀ ਜੋਗੀਆਂ ਦਾ ਹੀ ਹੈ, ਇਸ ਕਰਕੇ ਗੁਰੂ ਸਾਹਿਬ ਨੇ ਜੋਗੀਆਂ ਦਾ ਹੀ ਲਫ਼ਜ਼ ਲਿਆ। ਸੰਸਕ੍ਰਿਤ ਦਾ ਆਦੇਸ਼ ਦਾ ਮਤਲਬ ਹੈ ਨਮਸਕਾਰ ਕਰਨੀ, ਸਿਰ ਝੁਕਾਉਣਾ ਉਹਦੀ ਇਬਾਦਤ ਦੇ ਵਿੱਚ, ਉਹਨੂੰ ਕਰੋ। ਆਦੇਸ਼ ਤਿਸੈ, ਆਦੇਸ਼ ਆਦ, ਜਿਹੜਾ ਆਦ ਸ਼ੁਰੂ ਤੋਂ ਹੈ। ਅਨੀਲ, ਨੀਲ ਕਹਿੰਦੇ ਰੰਗ, ਅਨੀਲ ਰੰਗ ਰੂਪ ਤੋਂ ਪਰਾਂ, ਮਾਇਆ ਦੀ ਕਾਲਖ ਤੋਂ ਪਰਾਂ, ਬਿਲਕੁਲ ਨਿਰਮਲ। ਅਨਾਦ, ਜਿਹਦਾ ਕੋਈ ਆਦ, ਜਿਹਨੂੰ ਕੋਈ ਪੈਦਾ ਨਹੀਂ ਕਰ ਸਕਦਾ, ਜਿਹਦਾ ਕੋਈ ਆਦ ਨਹੀਂ ਹੋਇਆ ਕਿ ਇਸ ਤੋਂ ਪਹਿਲਾਂ ਵੀ ਕੋਈ ਹੋਇਆ, ਨਹੀਂ, ਉਹਨੂੰ ਅਨਾਦ ਆਖਿਆ ਕਿ ਇਹਨੂੰ ਕੋਈ ਜੰਮ ਨਹੀਂ ਸਕਦਾ ਰੱਬ ਨੂੰ। ਤੁਹਾਨੂੰ ਤੇ ਜੰਮਣ ਵਾਲੀ ਤੁਹਾਡੀ ਮਾਂ ਹੈ, ਪਰ ਉਹਨੂੰ ਕਿਹਨੇ ਜੰਮਿਆ? ਇਸ ਕਰਕੇ ਮੈਂ ਉਹਨੂੰ ਨਮਸਕਾਰ ਕਰਦਾ ਹਾਂ। ਆਦ ਅਨੀਲ ਅਨਾਦ ਅਨਾਹਤ, ਅਤੇ ਜਿਹੜਾ ਹੱਥ ਹਰ ਇੱਕ ਦੇ ਅੰਦਰ ਬੋਲ ਰਿਹਾ, ਹਰ ਇੱਕ ਦੇ ਅੰਦਰ ਅਨਾਹਤ ਰੂਪ ਦੇ ਵਿੱਚ ਹੈ। ਹੱਥ ਤੋਂ ਪਰਾਂ ਹੈ ਕਿ ਬਣਾਏ ਤੋਂ ਪਰਾਂ ਹੈ ਕਿ ਉਹਨੂੰ ਆਵਾਜ਼ ਮਾਰਾਂਗੇ ਤੇ ਤਾਂ ਉਹ ਰੱਬ ਹੈ, ਨਹੀਂ ਤੇ ਨਹੀਂ, ਨਹੀਂ ਨਹੀਂ ਨਹੀਂ, ਉਹ ਅਨਾਹਤ ਹੈ, ਉਹ ਤੇ ਤਾਂ ਵੀ ਹੈ। ਜੇ ਉਹਨੂੰ ਕੋਈ ਨਾ ਚੇਤੇ ਕਰੇ ਤੇ ਤਾਂ ਰੱਬ ਨਹੀਂ ਹੈ, ਨਹੀਂ, ਉਹ ਤਾਂ ਵੀ ਹੈ ਅਨਾਹਤ। ਜੁਗ ਜੁਗ ਏਕੋ ਵੇਸ, ਇੱਕੋ ਹੀ ਹੈ ਸਦਾ ਤੋਂ, ਸਦਾ ਤੋਂ ਇੱਕੋ ਹੀ ਚੱਲਦਾ ਆ ਰਿਹਾ। ਉਹਨੇ ਹੀ ਸਾਰਾ ਕੁਝ ਬਣਾਇਆ ਹੈ। ਸਿਰਫ ਨਟਸ਼ਲ ਦੇ ਵਿੱਚ ਮਹਾਰਾਜ ਕਹਿੰਦੇ ਕੰਨ ਨੂੰ ਛੇਕਣ ਦੀ ਲੋੜ ਨਹੀਂ ਜੋਗੀਓ, ਆਪਣੀ ਤ੍ਰਿਸ਼ਨਾਵਾਂ ਨੂੰ ਛੇਕੋ। ਅੱਗੇ ਕਹਿੰਦੇ ਜੀ ਸ਼ਰਮ ਮਸ਼ੱਕਤ ਕਰੋ, ਇਹ ਤੁਹਾਡੀ ਪੱਤ, ਇਹ ਤੁਹਾਡੇ ਅੰਦਰ ਦੀ ਝੋਲੀ ਹੋਏ, ਇਹ ਝੋਲੀ ਬਣਾਓ। ਔਰ ਅੱਗੇ ਇਹ ਧਿਆਨ ਦੀ ਵਿਭੂਤੀ ਮਨ ਦੇ ਅੰਦਰ ਹੋਏ। ਸੋ ਇਹ ਸਾਰੀ ਤੁਹਾਡੀ ਕਾਇਆ ਵਿਕਾਰਾਂ ਤੋਂ ਪਰਾਂ ਹੋਏ, ਜੁਗਤ ਤੁਹਾਡੇ ਅੰਦਰ ਸਿੱਧਰੀ ਹੋਏ, ਚਲਾਕੀਆਂ ਨਾ ਹੋਣ। ਅਤੇ ਆਈ ਪੰਥੀ ਤੁਸੀਂ ਤਾਂ ਹੋ ਜੇ ਸਾਰਿਆਂ ਨੂੰ ਬਰਾਬਰ ਸਮਝੋਗੇ। ਨਮਸਕਾਰ ਉਹਨੂੰ ਕਰੋ ਜਿਹਨੇ ਸਭ ਕੁਝ ਬਣਾਇਆ, ਜਿਹੜਾ ਆਦ ਅਨੀਲ ਅਨਾਦ ਹੈ ਜੀ। ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ, ਰਿਤ ਸਿਧ ਅਵਰਾਂ ਸਾਧ। ਫਿਰ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਵੀ ਜੋਗੀਆਂ ਦੇ ਰਿਲੇਟਿਡ ਹੈ ਜੀ ਪੌੜੀ। ਭੁਗਤ, ਭੁਗਤ ਭੁਗਤ ਤੋਂ ਬਣਿਆ। ਭੁਗਤ ਦਾ ਮਤਲਬ ਹੈ ਖਾਣਾ, ਭੋਜਨ ਤੋਂ। ਭੁਗਤ ਗਿਆਨ ਦਇਆ ਭੰਡਾਰਣ। ਭੁਗਤ ਦਾ ਮਤਲਬ ਹੈ ਕਿ ਜਦ ਜੋਗੀਆਂ ਦਾ ਮੱਠ ਸਾਲ ਦੇ ਵਿੱਚ ਜਾਂ ਸਾਲ 'ਚ 2 ਵਾਰੀ ਜੁੜਦਾ ਹੈ ਨਾ, ਵੱਡੇ ਜੋਗੀ ਜਿਹੜੇ ਹੁੰਦੇ ਆ ਉਹ ਆਪਣੇ ਆਸਣ ਲਾ ਕੇ ਬਹਿ ਜਾਂਦੇ ਨੇ। ਉਸ ਆਸਣ ਦਾ ਜ਼ਿਕਰ ਅੱਗੇ ਅਸੀਂ ਪੜਾਂਗੇ। ਅਤੇ ਫਿਰ ਉਸ ਮੱਠ ਦੇ ਵਿੱਚ ਚੂਰਮਾ ਬਣਾਇਆ ਜਾਂਦਾ ਹੈ, ਅਤੇ ਚੂਰਮਾ ਫਿਰ ਵੰਡਿਆ ਜਾਂਦਾ ਹੈ ਇੱਕ ਦੂਸਰੇ ਨੂੰ, ਪਰ ਅਹੰਕਾਰ ਰੂਪ ਦੇ ਵਿੱਚ ਕਿ ਉਹਨਾਂ ਦੇ ਆਪਣੇ ਆਪਣੇ ਪੱਖ ਹੈ, ਕਿਸ ਨੂੰ ਕਿੰਨਾ ਵੰਡਣਾ ਹੈ, ਕਿਹਨੂੰ ਨਹੀਂ ਵੰਡਣਾ। ਮਹਾਰਾਜ ਕਹਿੰਦੇ ਬਾਹਰੋਂ, ਕਿਉਂਕਿ ਇਸ ਪੌੜੀ ਦੇ ਵਿੱਚ ਦੋਨੋਂ ਰੂਪ ਨੇ, ਬਾਹਰ ਦਾ ਸਰੂਪ ਜੋਗੀਆਂ ਦਾ, ਪਰ ਅੰਦਰ ਦਾ ਸਰੂਪ ਸਿੱਖ ਦੇ ਧਿਆਨ ਦਾ ਹੈ। ਭੁਗਤ ਗਿਆਨ, ਬਾਹਰ ਦਾ ਜਿਹੜਾ ਤੁਸੀਂ ਚੂਰਮਾ ਬਣਾਇਆ, ਦਇਆ ਭੰਡਾਰਨ, ਤੇ ਬਾਹਰ ਜਿਹੜਾ ਭੰਡਾਰਾ ਲਗਾਇਆ ਤੁਸੀਂ, ਘਟ ਘਟ ਵਾਜਿਆ ਹੈ ਨਾਦ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਾਹਰ ਦਾ ਦਿਖਾਵਾ ਛੱਡੋ, ਆਪਣੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦੇ ਭੋਜਨ ਨੂੰ ਇਕੱਠਾ ਕਰੋ, ਇਹ ਤੁਹਾਡਾ ਭੁਗਤ ਹੋਏ। ਗਿਆਨ ਰੂਪੀ ਤੁਹਾਡੇ ਅੰਦਰ ਚੂਰਮਾ ਇਕੱਠਾ ਹੋਏ। ਗੁਰੂ ਦਾ ਗਿਆਨ ਤੇ ਹੈ ਨਹੀਂ, ਬਸ ਫੋਕਾ ਧਿਆਨ ਤੇ ਰਿੱਧੀਆਂ ਸਿੱਧੀਆਂ ਤੇ ਦਿਖਾਵਾ। ਸਿੱਖ ਦੇ ਅੰਦਰ ਭੁਗਤ ਗਿਆਨ, ਗਿਆਨ ਰੂਪੀ ਭੋਜਨ ਹੋਏ। ਦਇਆ ਭੰਡਾਰਨ, ਤੇ ਵੰਡਣ ਵਾਲਾ ਜਿਹੜਾ ਹੁੰਦਾ ਨਾ, ਉਹ ਬੜਾ ਵਿਤਕਰਾ ਕਰਕੇ ਵੰਡਦਾ ਕਿ ਕਿਹਨੂੰ ਵੰਡਣਾ ਕਿਹਨੂੰ ਨਹੀਂ ਵੰਡਣਾ। ਪਰ ਤੁਹਾਡੇ ਅੰਦਰ ਦਇਆ ਹੋਏ, ਤੁਹਾਡੇ ਅੰਦਰ ਗਿਆਨ ਇਕੱਠਾ ਹੋਏ, ਪਰ ਗਿਆਨ ਦਇਆ ਰੂਪੀ ਹੋਏ। ਗਿਆਨ ਕਿਸੇ ਅੱਗੇ ਹਉਮੈ ਦਾ ਪ੍ਰਗਟਾਵਾ ਨਾ ਹੋਏ, ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ ਨਹੀਂ, ਮੈਂ ਤੇ ਜ਼ਿਆਦਾ ਪੜ੍ਹਿਆ ਹੋਇਆ, ਤੂੰ ਕੌਣ ਹੈ, ਤੂੰ ਕੀ ਜਾਣਦਾ, ਨਹੀਂ। ਇਹ ਦਇਆ ਵੰਡੇ ਇਸ ਚੂਰਮੇ ਨੂੰ ਭੰਡਾਰਨ। ਤੁਹਾਡੇ ਅੰਦਰ ਦਾ ਗਿਆਨ ਇਹ ਭੋਜਨ ਹੋਏ, ਤੁਹਾਡੇ ਅੰਦਰ ਦਇਆ ਉਸ ਗਿਆਨ ਨੂੰ ਲੋਕਾਂ ਨਾਲ ਸਾਂਝ ਵੀ ਪਾਏ ਕਿ ਜੇ ਮੈਨੂੰ ਗੁਰੂ ਨੇ ਦਿੱਤਾ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਦਇਆ ਭੰਡਾਰਨ, ਘਟ ਘਟ ਵਾਜਿਆ ਹੈ ਨਾਦ। ਤੂੰ ਉਸ ਨਾਦ ਨੂੰ ਬਾਹਰੋਂ ਸਿੰਘੀ ਨਾ, ਉਹ ਨਾ ਸਿੰਘ ਵਜਾਉਂਦੇ ਆ ਹਿਰਨ ਦਾ, ਸਿੰਘੀ ਵਜਾਉਂਦੇ ਆ ਜੋਗੀ, ਸ਼ੰਖ ਪੂਰਦੇ ਨੇ। ਬਾਹਰੋਂ ਨਾਦ ਨਹੀਂ, ਜਿਹੜਾ ਹਰ ਇੱਕ ਦੇ ਅੰਦਰ ਨਾਦ ਵੱਜ ਰਿਹਾ ਨਾ ਪ੍ਰਭੂ ਦਾ, ਸਭ ਬਰਾਬਰ ਨੇ। ਉਸ ਨਾਦ ਨੂੰ ਅੰਦਰ ਦੇ ਕੰਨਾਂ ਤੋਂ ਸੁਣ,
ਉਹ ਬਾਹਰ ਦੇ ਕੰਨਾਂ ਤੋਂ ਨਹੀਂ ਸੁਣਿਆ ਜਾਏਗਾ। ਅੱਗੇ ਸਾਹਿਬ ਜੀ ਕਹਿੰਦੇ ਆਪ ਨਾਥ ਨਾਥੀ ਸਭ ਜਾ ਕੀ। ਉਹ ਆਪ ਵਾਹਿਗੁਰੂ ਇੱਕੋ ਇੱਕ ਨਾਥ ਹੈ। ਤੂੰ ਇੱਕ ਵੱਡਾ ਨਾਥ ਜੋਗੀ ਨੂੰ ਬਿਠਾ ਦਿੰਦੇ ਹੋ ਆਸਨ ਤੇ, ਬਾਕੀ ਸਾਰੇ ਉਹਦੀ ਪੂਜਾ ਕਰਦੇ ਨੇ। ਉਹ ਤੁਸੀਂ ਵੀ ਨਹੀਂ ਰਹਿਣਾ, ਭਾਵੇਂ ਤੁਸੀਂ 500 ਸਾਲ ਜੀ ਲਓ, ਪਰ ਉਹ ਨਾਥ ਆਪ ਹੈ ਵਾਹਿਗੁਰੂ, ਜਿਨੇ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਹੋਇਆ। ਤੇ ਤੁਹਾਡੇ ਵਰਗੇ ਵੀ ਕਈ ਨੱਥੇ ਨੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਵਰਗੇ ਵੀ ਉਹਨੇ ਨੱਥੇ ਹੋਏ ਨੇ, ਮੇਰੇ ਵਰਗੇ ਵੀ ਉਹਦੇ ਹੁਕਮ ਵਿੱਚ ਨੇ। ਆਪ ਨਾਥ ਨਾਥੀ ਸਭ ਜਾ ਕੀ। ਨਾਥੀ ਮਤਲਬ ਨੱਥ ਦੇਣਾ, ਨੱਕ ਨੱਥ, ਖਸਮ ਹੱਥ, ਕਿਰਤ ਧੱਕੇ ਦੇ, ਉਹਨੇ ਨੱਥਿਆ ਹੋਇਆ। ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ। ਰਿੱਧੀਆਂ ਸਿੱਧੀਆਂ ਤੁਸੀਂ ਦਿਖਾਉਣ ਵਾਲੇ ਪਾਸੇ ਤੁਰੇ ਹੋਏ ਹੋ, ਪਰ ਜਿਹੜਾ ਅੰਦਰ ਦੇ ਗਿਆਨ ਦਾ ਭੋਜਨ ਇਕੱਠਾ ਕਰਦਾ, ਜਿਹਦੇ ਅੰਦਰ ਦਇਆ ਦਾ ਭੰਡਾਰਨ ਲੱਗ ਜਾਂਦਾ ਹੈ, ਜਿਹੜਾ ਇਹ ਸਮਝ ਬੈਠਦਾ ਕਿ ਇੱਕੋ ਹੀ ਵਾਹਿਗੁਰੂ ਵੱਡਾ ਹੈ, ਬਾਕੀ ਰਿੱਧੀਆਂ ਸਿੱਧੀਆਂ ਉਹਦੇ ਲਈ ਅਵਰਾ ਸਾਧ ਹੁੰਦੀ ਹੈ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਬਾਬਤ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨਾ, ਕਹਿੰਦੇ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕੇ ਆਵਤ ਲਾਜਾ। ਕਿ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਇਹ ਅਵਰਾ ਸਾਧ ਨੇ, ਇਹ ਬੇਕਾਰ। ਗਿਆਨ ਤੇ ਧਿਆਨ ਅੱਗੇ ਰਿੱਧੀਆਂ ਸਿੱਧੀਆਂ ਦਾ ਕੋਈ ਆਨੰਦ ਨਹੀਂ, ਇਹ ਸਭ ਫਿੱਕੀਆਂ ਨੇ। ਇਹ 18 ਹੈਗੀਆਂ ਨੇ। ਆਓ ਜੀ ਅੱਗੇ ਸਰਵਣ ਕਰੋ, ਫਿਰ ਇਹਨਾਂ ਰਿੱਧੀਆਂ ਸਿੱਧੀਆਂ ਦਾ ਵੀ ਅੱਗੇ ਜ਼ਿਕਰ ਕਰਾਂਗੇ ਜੀ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਸੰਜੋਗ ਤੇ ਵਿਜੋਗ, ਸੰਜੋਗ ਹੈ ਮਿਲਾਪ, ਵਿਜੋਗ ਹੈ ਵਿਛੋੜਾ। ਦੋਏ ਕਾਰ ਚਲਾਵਹਿ, ਇਹ ਦੋਨੋਂ ਚੀਜ਼ਾਂ ਵਾਹਿਗੁਰੂ ਜੀ ਦੀ ਬਣਾਈ ਹੋਈ ਕਾਰ, ਕਹਿੰਦੇ ਹੁਕਮ ਦੀ ਰਚਨਾ ਹੀ ਚਲਾ ਰਹੀ ਹੈ। ਜੇ ਤੁਸੀਂ ਕਹੋ ਕਿ ਤੁਸੀਂ 500 ਸਾਲ ਬੰਦਗੀ ਕਰਕੇ ਧਿਆਨ ਕਰਕੇ ਉਹਦੇ ਨਾਲ ਮਿਲਣਾ, ਤੁਸੀਂ ਨਹੀਂ ਮਿਲ ਸਕਦੇ ਜੇ ਉਹਦਾ ਹੁਕਮ ਨਹੀਂ ਹੈ, ਨਹੀਂ ਮਿਲ ਸਕਦੇ। ਤੇ ਤੁਸੀਂ ਦੁਨੀਆ ਨੂੰ ਸ਼ਰਾਪਿਤ ਕਰਕੇ, ਕਿਸੇ ਨੂੰ ਰਿੱਧੀਆਂ ਸਿੱਧੀਆਂ ਦਿਖਾ ਕੇ, ਕਿਸੇ ਨੂੰ ਭਸਮ ਕਰਕੇ ਕਹੋ ਕਿ ਤੂੰ ਰੱਬ ਨਾਲ ਮਿਲ ਹੀ ਨਹੀਂ ਸਕਦਾ, ਤੁਸੀਂ ਇਹ ਕਹਿ ਕੇ ਵੀ ਨਹੀਂ ਕਿਸੇ ਨੂੰ ਤੋੜ ਸਕਦੇ। ਇਹ ਸੰਜੋਗ ਤੇ ਵਿਜੋਗ ਪਾਰ ਬ੍ਰਹਮ ਪਰਮੇਸ਼ਵਰ ਦੀ ਹੀ ਰਚੀ ਹੋਈ ਸਿਰਜਣਾ ਦੀ ਕਾਰ ਹੈ, ਉਹਦੀ ਕਿਰਤ ਹੈ ਜਿਹੜੀ ਉਹਨੇ ਬਣਾਈ ਹੈ। ਮਿਲਾਪ ਤੇ ਇਹ ਸਾਰਾ ਵਿਛੋੜਾ, ਇਹ ਅੰਦਰ ਦੇ ਧਿਆਨ ਤੇ ਗਿਆਨ ਦਾ ਜ਼ਿਕਰ ਕਰ ਰਹੇ ਨੇ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੇ ਆਵਹਿ ਭਾਗ। ਤੇ ਬਾਕੀ ਜਿਹੜੀ ਕਿਰਤ ਦੀ ਤੁਸੀਂ ਕਿਰਤ ਕਰਮ ਕਰਦੇ ਹੋ, ਉਹਨਾਂ ਕਰਮਾਂ ਕਰਕੇ ਤੁਹਾਡੇ ਭਾਗਾਂ ਵਿੱਚ ਕੋਈ ਚੀਜ਼ਾਂ ਮਿਲਦੀਆਂ ਤੇ ਤੁਹਾਡੇ ਤੋਂ ਖੋ ਜਾਂਦੀਆਂ ਨੇ। ਇਹ ਤੁਹਾਡੇ ਕਿਰਤ, ਇਹਦਾ ਮਤਲਬ ਕਿਰਤ ਵੱਡੀ ਹੈ, ਕਿਰਤ ਨਹੀਂ ਵੱਡੀ, ਕਰਮ ਨਹੀਂ ਵੱਡੇ। ਕਰਮ ਦੇ ਪਿੱਛੇ ਜਿਹੜਾ ਰੱਬ ਦਾ ਅਸੂਲ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜਿਹੋ ਜੇ ਕਰਮ ਤੁਸੀਂ ਕਰੋਗੇ ਜੋਗੀ, ਉਹੋ ਜੇ ਤੁਹਾਡੇ ਭਾਗ ਬਣਨਗੇ। ਜੇ ਨਸ਼ਿਆਂ ਦੇ ਵਿੱਚ ਗਲਤਾਨ ਹੋਵੋਗੇ, ਜਿਹਨੂੰ ਕਿਹਾ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ, ਜਿਹੜੀ ਤੁਸੀਂ ਸਿੱਖਿਆ ਨੂੰ ਸਿੱਖੋਗੇ ਤੇ ਤਾਂ ਪ੍ਰਵਾਨ ਹੋਵੋਗੇ। ਪਰ ਜੇ ਤੁਸੀਂ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਹੈ ਕਿਆ ਕਰਿਆ ਕਿਆ, ਉਹਦੇ ਲਈ ਰਿੱਧੀਆਂ ਸਿੱਧੀਆਂ ਕੀ, ਜਿਹੜਾ ਰੱਬ ਦਾ ਹੀ ਦੀਦਾਰ ਕਰ ਬੈਠਾ। ਇਸ ਕਰਕੇ ਸਿਫਤੀ ਰੱਤਾ ਸਦ ਬੈਰਾਗੀ ਜੂਐ ਜਨਮ ਨਾ ਹਾਰੈ। ਜਿਹੋ ਜੇ ਕਰਮ ਕਰੋਗੇ ਉਹੋ ਜਿਹਾ ਜਨਮ ਤੁਹਾਨੂੰ ਮਿਲੇਗਾ। ਜੇ ਕਰਮ ਮਾੜੇ ਨੇ, ਮਹਾਰਾਜ ਕਹਿੰਦੇ ਲੇਖੇ ਆਵਹਿ ਭਾਗ, ਉਹ ਭਾਗਾਂ ਵਿੱਚ ਤੁਹਾਡੇ ਕਰਮਾਂ ਦੇ ਹੀ ਲੇਖੇ ਲਿਖੇ ਜਾਂਦੇ ਨੇ ਜੀ। ਆਦੇਸ਼ ਤਿਸੈ ਆਦੇਸ਼, ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹ ਚਾਰੋਂ ਪੌੜੀਆਂ 28 ਤੋਂ ਲੈ ਕੇ ਅਸੀਂ ਪੜ੍ਹਦੇ ਆ ਰਹੇ ਹਾਂ, ਇਹ 29ਵੀਂ ਹੈ ਤੇ 31 ਤੱਕ ਲਗਾਤਾਰ ਆਦੇਸ਼ ਦੀ ਹੈ। ਨਮਸਕਾਰ ਇਹਦਾ ਮਤਲਬ ਜੋਗੀਆਂ ਵਾਲੀ ਸੰਕੇਤ ਹੈ ਇਹਨਾਂ ਚਾਰਾਂ ਪੌੜੀਆਂ 'ਚ। ਉਹਨੂੰ ਨਮਸਕਾਰ ਕਰੋ, ਉਹਨੂੰ ਹੀ ਆਦੇਸ਼ ਹੈ, ਉਹਨੂੰ ਹੀ ਨਮਸਕਾਰ ਹੈ। ਆਦ ਜਿਹੜਾ ਸ਼ੁਰੂ ਤੋਂ ਹੈ, ਅਨੀਲ ਮਾਇਆ ਦੇ ਕਾਲਖ ਤੋਂ ਪਰਾਂ ਹੈ, ਨਿਰਮਲ ਹੈ। ਅਨਾਦ ਜਿਹਨੂੰ ਕੋਈ ਨਹੀਂ ਬਣਾ ਸਕਦਾ, ਜਿਹਦਾ ਆਦ ਕੋਈ ਨਹੀਂ ਪੈਦਾ ਕਰ ਸਕਿਆ। ਕਿੱਥੋਂ ਜੰਮਿਆ ਰੱਬ, ਕਿੰਨੇ ਬਣਾਇਆ, ਉਹ ਅਨਾਦ ਹੈ ਜਿਹਨੂੰ ਕੋਈ ਨਹੀਂ ਬਣਾ ਸਕਿਆ। ਅਨਾਹਤ ਜਿਹੜਾ ਹੱਥ, ਅਨਾਹਤ ਹੱਥ ਤੋਂ ਬਿਨਾਂ, ਬੁਲਾਏ ਬਿਨਾਂ, ਕਿ ਜੇ ਰੱਬ ਨੂੰ ਚੇਤੇ ਕਰ ਰਹੇ ਹਾਂ ਤੇ ਤਾਈਓ ਰੱਬ ਹੈ। ਜੇ ਰਿੱਧੀਆਂ ਸਿੱਧੀਆਂ ਨੇ, ਜੇ ਅਸੀਂ ਧਿਆਨ ਲਾਈਏ ਤੇ ਤਾਈਓ ਰੱਬ ਹੈ। ਅਸੀਂ ਚੇਤੇ ਕਰ ਰਹੇ ਹਾਂ ਤੇ ਅਸੀਂ ਰੱਬ ਦੇ ਬੰਦੇ, ਬਾਕੀ ਸਭ ਤਿਲਫੁਲ। ਨਹੀਂ ਨਹੀਂ ਨਹੀਂ, ਉਹ ਤੇ ਜਾਨ ਕੋ ਦੇਤ अजान को देत, ज़मीन को देत, ज़मान को दह। ਉਹ ਤੇ ਅਨਾਹਤ ਹੈ, ਉਹ ਤੇ ਸਾਰਿਆਂ ਰੂਪ ਦੇ ਵਿੱਚ ਹੈ। ਜੁਗ ਜੁਗ ਇੱਕੋ ਵੇਸ, ਉਹ ਸਦਾ ਹੀ ਇੱਕੋ ਜਿਹਾ। ਉਹਦਾ ਸੁਭਾਅ ਸ਼ੁਰੂ ਤੋਂ ਲੈ ਕੇ ਅੰਤ ਤੱਕ। ਜੋਗੀ ਤੁਸੀਂ ਆਪਣੇ ਬੰਦਿਆਂ ਨੂੰ ਪਿਆਰ ਕਰਦੇ ਹੋ ਤੇ ਕੋਈ ਦੂਜਾ ਆ ਜਾਏ ਤੇ ਤੁਸੀਂ ਨਫ਼ਰਤ ਕਰਦੇ ਹੋ। ਤੁਹਾਡਾ ਇੱਕੋ ਜਿਹਾ ਵੇਸ ਨਹੀਂ ਹੈ। ਬਾਹਰੋਂ ਤੁਹਾਡਾ ਵੇਸ ਜੋਗੀਆਂ ਵਾਲਾ ਹੈ, ਪਰ ਅੰਦਰੋਂ ਤੁਸੀਂ ਸੜੇ ਫਿਰਦੇ ਹੋ।
उस रब उस नाथ नूं नमस्कार है जिहदा इक्को जा अंदर बाहर वेस है जी। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। सच्चे पातशाह फिर अगे जिक्र करते हैं जिहदे विच शिव ते शक्ति दोनों है, पुरख ते प्राकृत है, ਜਿਹਦੇ ਇਹ ਸਾਰਾ ਕੁਝ ਚੱਲਦਾ ਆ ਰਿਹਾ ਜੋਗੀਆਂ ਦੇ ਸਿਲਸਿਲੇ ਜਾਂ ਇਸ ਧਰਤੀ ਦੀ ਜਿਹੜੀ ਪ੍ਰਵਾਨ ਕੀ ਪ੍ਰਮਾਣਿਕਤਾ ਹੈ, ਭਾਵ ਇਸ ਧਰਤੀ ਦੀ ਸਾਖੀਆਂ ਮੰਨੀਆਂ ਜਾਂਦੀਆਂ ਨੇ। ਏਕਾ ਮਾਂ ਈ, ਇਹ ਦੋ ਲਫ਼ਜ਼ਾਂ ਤੋਂ ਮਾਈ ਬਣਿਆ। ਮਾਂ ਦਾ ਮਤਲਬ ਹੈ ਜੀ ਮਾਇਆ, ਈ ਦਾ ਮਤਲਬ ਹੈ ਈਸ਼ਵਰ ਵਾਹਿਗੁਰੂ। ਈਸ਼ਵਰ ਤੇ ਮਾਇਆ, ਈਸ਼ਵਰ ਵਾਹਿਗੁਰੂ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਏ। जद वाहिगुरू ने माया सिरजी तो उस माया के मिलाप भाव उस वाहिगुरू की माया के विचों ही फिर अगे माया का पसारा किया। ये जिन्ना क पसारा है इस धरती ते, ये सब माया का पसारा है। ये मन्निया जाता है एका माई इक्को वाहिगुरू ने माया बनाई, माँ ई ईश्वर तो माया ते उस माया के संजोग के नाल जुगत व्याई भाव के उहदे नाल संजोग बनया रब का, जिन्हों पुरख ते प्राकृत आख्या गया साड़ी देश की फिलॉसफी दे विच कि पुरख ते प्राकृत ये दोनों का मिलाप, जिन्हों शिव ते शक्ति क्या, शिव शक्त आप उपाय कह करता आपे हुक्म वरताए, आनंद साहब विच पढ़ते हैं। इनू ही जड़ ते चेतन आख्या दोनों रूपां कि रब तो माया ते फिर माया तो अगे माया की औलाद जो ये प्रगटावा होया सारा माया विचों जमिया। एका माई जुगत व्याई, व्याई का मतलब दोनों का संजोग होया रब ते माया का। तीन चेले परवान, तीन पुत्र पैदा होए। परवान का मतलब है प्रमाणिक रूप दे विच मन्निया जाता है इस धरती ते। तीन पुत्र माया ने जमे, एक संसारी एक भंडारी एक लाए दीवान। जोगी लोग कदी ब्रह्मा की पूजा करते हैं, कदी वो विष्णु जी नूं ते कदी मौके ते वो शिव जी के पुजारी हो जाते हैं। एक संसारी ब्रह्मा जी, एक भंडारी विष्णु जी ते एक लाए दीवान। दीवान का मतलब जिहड़ा दरबार सजा के बैठा होया लेखे लैण वाला, मौत लैण वाला। एक ब्रह्मा जी पैदा होए, एक विष्णु जी ते एक लाए दीवान, एक शिव जी का जिक्र है जी। जीव तिस पावे तिवें चलावे, जपो जीव होवे फुरमान, ओह वेखै ओना नदर न आवे, बहुता ए विडान। पर सच ये है कि ये ते पुत्र ने सारे माया दे बनाए हुए। रब विचों माया बनी ते माया विचों ये पसारा बनया ब्रह्मा जी, विष्णु जी का, महेश जी का। सच तो ये है कि इन्हों चलाउण वाला वो वाहिगुरू है। जिव तिस भावै तिवें चलावै, इन्हां दे भी बस नहीं है। गुरु नानक साहब कहते जोगियो जिन्हों तुसी पूछ रहे हो वो भी अंतिम सच नहीं है। मैं तुहानूं उन्हां नाल जोड़न आया जिहड़ा इन्हां दा भी करता है, जिहड़ा इन्हां नूं भी बनाउण वाला है। जिव तिस भावै तिवें चलावै, वो चलाउण वाला है। कोई वो असी तो इत्थे धर्म बना ले, धर्म दियां वखरियां वखरियां जातां पातां ते वखरे। कोई कहंदा जी असी इहदे विचों निकले, असी इहदे विचों। ओ भाई छड्ड दईए ये नफरत वालियां बातां, असी उहदे नाल जुड़ीए जिहड़ा एक करता सब नूं बढ़ाउण वाला है। बाकी तो इत्थे नफरत ही है सारियां। धर्मां दे नाम ते असी वितकरे ही खड़े कर रहे हैं, असी नफरतां पैदा कर रहे हैं। जिव तिस भावै उहदे पुजारी बनो, उहनूं पूजो, तिवै चलावै, जिवें वो चलाउंदा उवें चलदा। जिव होवै फुरमान। पर सच्ची गल तो यह है वो वेखै ओना नदर ना आवे, कीते को मेरा समान है, करनहार तृण जाण है। जिहड़े बनाते रब ने वो तो रब हो गए, तो जिन्हें बनाए वो तिनका हो गया। समझ रहे हो? असी उन्हां दे उपासक हो गए जिहड़े रब दे बनाए हुए ने। पर जिस रब ने बनाए है उस रब नूं असी भुल गए, उस वाहिगुरू नूं भुल गए असी। जिव तिस भावै तिवै चलावै, जिव होवै फुरमान। वो वेखै ओना नदर ना आवे, वो देख रहा है, उही हुक्म विच चला रहा है। पर साडे ते नज़र ही नहीं है, सानू तो नज़र ही नहीं आता। सानू लगता खरे कि ये चला रहे ने, खरे कि इवें चल रहा ये हुक्म च। पर उन्हां नज़र ना आवे जिन्हों बनाता उन्होंने नज़र ही नहीं आता।
ਉਹਨੂੰ ਦਿਸਦਾ ਹੀ ਨਹੀਂ, ਉਹਦੇ ਉੱਤੇ ਕਿਰਪਾ ਹੀ ਨਹੀਂ ਹੋਈ ਕਿ ਉਹਨੂੰ ਪਛਾਣ ਜਿਹੜਾ ਇੱਕ ਹੈ, ਇੱਕ ਪਿੱਛੇ ਬੈਠਾ ਹੋਇਆ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਣ। ਵਾਹ ਵਾਹ ਵਾਹ, ਗੁਰੂ ਨਾਨਕ ਸਾਹਿਬ ਕਹਿੰਦੇ ਕੈਸਾ ਵਿਸਮਾਦ, ਕੈਸਾ ਵਿਡਾਣ, ਕੈਸੀ ਹੈਰਾਨੀ ਦੀ ਗੱਲ ਹੈ। ਜਿਹੜਾ ਬਣਾਤਾ ਰੱਬ ਨੇ ਉਹ ਤੇ ਸੁਮੇਰ ਪਰਬਤ ਹੋ ਗਿਆ, ਜਿਸ ਰੱਬ ਨੇ ਬਣਾਇਆ ਉਹਨੂੰ ਤਿਨਕਾ ਸਮਝੀ ਬੈਠੇ ਹਾਂ। ਇਹ ਅਸਚਰਜਤਾ ਹੈ, ਇਹ ਵਿਡਾਣਤਾ ਹੈ ਕਿ ਰੱਬ ਨੂੰ ਭੁੱਲ ਕੇ ਅਸੀਂ ਕਿਹੜੇ ਪਾਸੇ ਕਿਹਨੂੰ ਕਿਹਨੂੰ ਪੂਜਣ ਲੱਗ ਗਏ। ਕੋਈ ਰੁੱਖਾਂ ਨੂੰ ਪੂਜਣ ਲੱਗ ਗਿਆ, ਕੋਈ ਅਸਮਾਨਾਂ ਨੂੰ, ਕੋਈ ਸੂਰਜਾਂ ਨੂੰ, ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਉਹਨੂੰ ਪੂਜੋ ਜਿਹਦੀ ਤਾਕਤ ਸੂਰਜ ਅੰਦਰ ਹੈ, ਉਹਨੂੰ ਪੂਜੋ ਜਿਹਦੀ ਚਾਨਣੀ ਚੰਦਰਮਾ ਦੇ ਅੰਦਰ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਕਿ ਸੂਰਜ ਦੇ ਅੰਦਰ ਵੀ ਉਹ ਹੈ, ਉਹਦੀ ਤਾਕਤ ਹੈ, ਚੰਦਰਮਾ ਦੇ ਵਿੱਚ ਵੀ ਉਹ ਹੈ। ਬਹੁਤਾ ਇਹ ਵਿਡਾਣ ਪਰ ਸਾਨੂੰ ਸਮਝ ਨਹੀਂ ਆਉਂਦਾ। ਬਸ ਦੁਨੀਆ ਦੀ ਚਾਪਲੂਸੀਆਂ ਕਰਨ ਲਈ, ਲੋਕਾਂ ਨੂੰ ਖੁਸ਼ ਕਰਨ ਲਈ ਇਹ ਵਿਡਾਣਤਾ ਹੀ ਅਸੀਂ ਬਣਾਤੀ ਹੈ। ਇਹ ਤੇ ਸਮਝ ਹੀ ਨਹੀਂ ਆਉਂਦਾ ਜੀ ਸਾਨੂੰ। ਆਦੇਸ਼ ਤਿਸੈ ਆਦੇਸ਼, ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਇਸ ਕਰਕੇ ਨਮਸਕਾਰ ਉਹਨੂੰ ਹੈ, ਆਦੇਸ਼ ਉਹਨੂੰ ਹੈ। ਹੋਰ ਕਿਸੇ ਅੱਗੇ ਗੁਰੂ ਨਾਨਕ ਨਹੀਂ ਸਿਰ ਝੁਕਾਉਂਦੇ, ਨਹੀਂ ਕਿਸੇ ਨੂੰ ਪੂਜਦੇ, ਨਹੀਂ ਮੰਨਦੇ, ਕਿਸੇ ਨੂੰ ਨਹੀਂ ਮੰਨਦੇ, ਨਾ ਮੰਨਣ ਦਿੰਦੇ, ਕਿਉਂਕਿ ਉਹਨੂੰ ਨਮਸਕਾਰ ਕਰੋ ਜਿਹਦੇ ਸਨਮੁਖ ਗੁਰੂ ਨਾਨਕ ਸਾਹਿਬ ਨੇ ਜਾ ਕੇ ਪੂਰਨ ਪ੍ਰਭੂ ਦਾ ਉਹ ਦਰਬਾਰ ਵੇਖ ਲਿਆ ਸੀ। ਸੋ ਦਰ ਕਿਹਾ ਸੋ ਘਰ ਕਿਹਾ, ਕੈਸਾ ਹੈ ਜਿਤ ਬਹਿ ਸਰਬ ਸੰਭਾਲੇ। ਤੇ ਜਿਨ੍ਹਾਂ ਨੂੰ ਦਿਖ ਨਹੀਂ ਰਿਹਾ ਉਹ ਕਿਵੇਂ ਪਛਾਣਨਗੇ ਵਾਹਿਗੁਰੂ ਤੂੰ ਕੈਸਾ ਕਰਾ ਚਲਾ ਰਿਹਾ। ਉਹ ਤੇ ਤੇਰੀ ਬਣਾਈ ਹੋਈ ਕੁਦਰਤ ਦੇ ਪਿੱਛੇ ਹੀ ਤੁਰ ਪਏ ਨੇ, ਪਰ ਕੁਦਰਤ ਨਹੀਂ ਹੈ ਤੂੰ। ਕੁਦਰਤ ਤੇ ਤੇਰੇ ਲਈ ਤੁੱਛ ਹੈ। ਤੂੰ ਤੇ ਬਣਾ ਕੇ ਫਨਾ ਵੀ ਇੱਕ ਖਿੰਨ ਵਿੱਚ ਕਰ ਸਕਦਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬ੍ਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ। ਇਹਨੂੰ ਮਾਰੇ ਕਹਿੰਦੇ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜਿਹੜਾ ਸ਼ੁਰੂ ਤੋਂ ਹੈ, ਮਾਇਆ ਦੀ ਕਾਲਕ ਤੋਂ ਪਰਾਂ ਹੈ, ਨਿਰਮਲ ਹੈ। ਅਨੀਲ ਜਿਹਨੂੰ ਕਿਹਾ, ਅਨਾਦ ਹੈ ਜਿਹਨੂੰ ਕੋਈ ਜੰਮ ਨਹੀਂ ਸਕਦਾ। ਅਨਾਹਤ ਜੁਗ ਜੁਗ ਏਕੋ ਵੇਸ, ਉਹਦਾ ਹੀ ਨਾਦ ਸਾਰਿਆਂ ਦੇ ਅੰਦਰ ਹੈ, ਬਿਨਾਂ ਵਜਾਏ ਵੱਜ ਰਿਹਾ ਹੈ। ਉਹੀ ਇੱਕੋ ਵੇਸ ਜੁਗਾਂ ਤੋਂ ਹੈ ਜੀ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਆਸਣ ਲੋਏ ਲੋਏ ਭੰਡਾਰ, ਲੋਏ ਲੋਏ ਲਫ਼ਜ਼ ਸੰਸਕ੍ਰਿਤ ਹੈ। ਤੁਸੀਂ ਨਾਥ ਜੀ ਇੱਕੋ ਆਸਣ ਲਾ ਕੇ ਬਹਿ ਗਏ ਹੋ, ਸਾਲਾਂ ਤੋਂ ਲਾ ਕੇ ਬੈਠੇ ਹੋ ਜੀ, ਅਸੀਂ ਇੱਥੇ ਆਸਣ ਲਾਇਆ, ਪਰ ਦੇਖ ਉਸ ਵਾਹਿਗੁਰੂ ਦਾ ਆਸਣ ਕਿੱਥੇ ਕਿੱਥੇ ਲੱਗਿਆ ਹੋਇਆ। ਸਾਰੇ ਲੋਕਾਂ ਦੇ ਵਿੱਚ, ਦੀਪਾਂ ਮੰਡਲਾਂ ਦੇ ਵਿੱਚ ਉਹ ਹੈ, ਸਾਰਿਆਂ ਦੇ ਵਿੱਚ, ਸਭ ਥਾਈਂ ਹੈ, ਹਰ ਥਾਂ 'ਤੇ ਉਹ ਵਸ ਰਿਹਾ। ਕੋਈ ਉਹਦਾ ਅੰਤ ਥੋੜ੍ਹੀ ਹੈ। ਆਸਣ ਲੋਏ ਲੋਏ ਭੰਡਾਰ, ਜਿੱਥੇ ਜਿੱਥੇ ਬੈਠਾ ਹੈ ਉਹਨੇ ਆਪਣੇ ਭੰਡਾਰੇ ਖੁੱਲ੍ਹੇ ਕੀਤੇ ਨੇ। ਜੋ ਕੁਛ ਪਾਇਆ ਸੋ ਏਕਾ ਵਾਰ, ਉਹਨੇ ਜਨਮ ਦੇਣ ਤੋਂ ਪਹਿਲਾਂ ਜੀਆਂ ਨੂੰ ਉਹਦਾ ਰਿਜ਼ਕ ਅੱਗੇ ਰੱਖ ਦਿੱਤਾ। ਉਹ ਐਡਾ ਵੱਡਾ ਹੈ, ਉਹਨੂੰ ਸਮਝੀਏ ਕਿ ਕਿੱਡਾ ਕੁ ਵੱਡਾ ਹੈ। ਉਹਨੇ ਤੇ ਜਨਮ ਦੇਣ ਤੋਂ ਪਹਿਲਾਂ ਹੀ ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰ ਸਾਰਿਆਂ ਨੂੰ ਰਿਜ਼ਕ ਦੇਤਾ, ਉਹਨਾਂ ਦੀ ਉਮਰਾਂ ਦਾ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦਾ ਲੇਖਾ ਲਿਖ ਦਿੱਤਾ। ਉਹ ਆਸਣ ਲਾ ਕੇ ਬੈਠਾ ਹੈ। ਇਹ ਵਾਲੇ ਤੁਹਾਡੇ ਲਾਏ ਹੋਏ ਆਸਣ ਸਭ ਝੂਠੇ ਨੇ, ਸਭ ਉਜੜ ਹੋਣ ਵਾਲੇ ਨੇ। ਤਾਈਓਂ ਤੇ ਭਾਈ ਗੁਰਦਾਸ ਜੀ ਨੇ ਕਿਹਾ ਸੀ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ, ਜਿਉਂ ਕਲ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਉੱਥੇ ਜ਼ਿਕਰ ਹੈ ਸਿੰਘ ਬੁਕੇ ਮਿਰਗਾ। ਅਗਲੀ ਤੁਕ ਪੜੋ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ, ਜਿੱਥੇ ਗੁਰੂ ਸਾਹਿਬ ਦਾ ਪੈਰ ਪੈ ਗਿਆ ਆਸਣ ਥਾਪਣ ਸੋਆ। ਸਮਝ ਰਹੇ ਹੋ, ਉੱਥੇ ਰੱਬ ਦੇ ਆਸਣ ਦੀ ਸੁਚੇਤਤਾ ਆ ਗਈ ਕਿ ਉੱਥੇ ਰੱਬ ਹੀ ਹੈ, ਹਰ ਥਾਂ 'ਤੇ ਹੈ। ਸਿੱਧ ਆਸਣ ਸਭ ਜਗਤ ਦੇ, ਸਾਰੀਆਂ ਥਾਵਾਂ 'ਤੇ ਜੋਗੀਆਂ ਦੇ ਆਸਣ ਲੱਗੇ ਹੋਏ ਸੀ, ਪਰ ਗੁਰੂ ਨਾਨਕ ਸਾਹਿਬ ਨੇ ਉਹ ਰੱਬ ਦੇ ਆਸਣ ਵਿੱਚ ਪ੍ਰਵਿਰਤ ਕਰਤੇ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਇਹ ਲੱਗਦਾ ਹੀ ਨਹੀਂ ਗੋਰਖ ਮਤਾ ਸੀ, ਇਹ ਤੇ ਲੱਗਦਾ ਆਦ ਤੋਂ ਹੀ ਨਾਨਕ ਮਤਾ ਸੀ। ਨਾਨਕ ਆਦ ਮਤੇ ਜੇ ਕੋਆ, ਇਹਨੂੰ ਕਿਹਾ ਆਸਣ ਲੋਏ ਲੋਏ ਭੰਡਾਰ। ਆਸਣ ਲਫ਼ਜ਼ ਬੜੇ ਆਏ ਨੇ ਜੀ, ਸਮਾਂ ਨਹੀਂ ਇਜਾਜ਼ਤ ਦਿੰਦਾ। ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰ ਵਾਹਿਗੁਰੂ ਨੇ ਇਹ ਸਭ ਕੁਝ ਸਾਰਿਆਂ ਦੇ ਰਿਜ਼ਕ ਲਿਖ ਕੇ ਭੇਜ ਦਿੱਤੇ ਨੇ। ਇਹਨੂੰ ਭਗਤ ਜੀ ਨੇ ਵੀ ਕਿਹਾ, ਰੇ ਚਿਤ ਚੇਤਸ ਕੀਨਾ ਦਿਆਲ ਦਮੋਦਰ ਬਿਬਹਿ ਨਾ ਜਾਨਸ ਕੋਏ, ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ करे सो होए। जननी केरे उदर उदक में पिंड किया 10 द्वारा, दे आहार अगन में राखै ऐसा खसम हमारा।
ਉਹੀ ਦੇਣ ਵਾਲਾ ਹੈ ਜੀ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਰ ਕਰ ਵੇਖੈ, ਉਹ ਦੇਖਦਾ ਹੈ, ਕਰਦਾ ਹੈ। ਸਿਰਜਣਹਾਰ ਵਾਹਿਗੁਰੂ ਕਿਤੇ ਅਲੋਪ ਨਹੀਂ ਹੁੰਦਾ। ਉਹ ਆਪਣੀ ਬਣਾਈ ਹੋਈ ਕਿਰਤ ਦੇ ਵਿੱਚ ਲਿਖੇ ਹੋਏ ਲੋਕਾਂ ਦੇ ਭਾਗ ਉਹ ਆਪ ਵੇਖ ਵੀ ਰਿਹਾ। ਸਿਰਜਣਹਾਰ ਪ੍ਰਭੂ ਉਹ ਹਾਜ਼ਰ ਹੈ, ਉਹ ਕਿਤੇ ਗਿਆ ਨਹੀਂ। ਉਹ ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਉਹਦੀ ਬਣਾਈ ਹੋਈ ਸ੍ਰਿਸ਼ਟੀ ਸੱਚੀ ਹੈ। ਬਾਕੀ ਇਸ ਧਰਤੀ 'ਤੇ ਸਾਰੇ ਆਸਣ ਝੂਠੇ ਨੇ, ਫਨਾ ਹੋਣ ਵਾਲੇ ਨੇ। ਇੱਕ ਵਾਹਿਗੁਰੂ ਦਾ ਆਸਣ ਹੀ ਸਦਾ ਰਹਿਣ ਵਾਲਾ ਹੈ, ਸਦਾ ਰਹੇਗਾ। ਆਦੇਸ਼ ਸਰਵਣ ਕਰੋ ਜੀ। ਆਦੇਸ਼ ਤਿਸੈ ਆਦੇਸ਼, ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਉਹਨੂੰ ਨਮਸਕਾਰ ਹੈ, ਉਹਨੂੰ ਨਮਸਕਾਰ ਹੈ ਜਿਹੜਾ ਆਦਿ ਤੋਂ ਸ਼ੁਰੂ ਤੋਂ ਹੈ, ਮਾਇਆ ਦੇ ਕਾਲਖ ਤੋਂ ਨਿਰਲੇਪ ਨਿਰਮਲ ਹੈ। ਅਨਾਦ ਜਿਹਨੂੰ ਕੋਈ ਪੈਦਾ ਨਹੀਂ ਕਰ ਸਕਦਾ, ਅਨਾਹਤ ਬਿਨਾਂ ਵਜਾਏ ਵੀ ਵੱਜ ਰਿਹਾ ਹੈ। ਜੁਗ ਜੁਗ ਏਕੋ ਵੇਸ਼, ਉਹ ਸਦਾ ਤੋਂ ਇੱਕੋ ਜਾ ਹੀ ਹੈ, ਸਦਾ ਤੋਂ ਇੱਕੋ ਜਾ ਹੀ ਹੈ। ਇਹਨਾਂ ਚਾਰ ਪੌੜੀਆਂ ਨੂੰ ਸਤਿਗੁਰ ਜੀ ਨੇ ਜੋਗੀਆਂ ਦੀ ਗੋਸ਼ਟ ਦੇ ਨਾਲ ਬਾਹਰ ਮੁਖੀ ਚਿੰਨ੍ਹਾਂ ਨੂੰ, ਸਿੱਖ ਦੇ ਅੰਦਰ ਦੇ ਮੁੱਖ ਚਿੰਨ੍ਹ ਜਿਹੜੇ ਸਤਿਗੁਰ ਜੀ ਨੇ ਕਿਹਾ, ਆਪਣੇ ਅੰਦਰ ਦੀਆਂ ਬੇਲੋੜੀਆਂ ਕਾਮਨਾਵਾਂ ਇੱਛਾਵਾਂ ਨੂੰ ਸਤਿਗੁਰ ਜੀ ਕਹਿੰਦੇ ਸੰਤੋਖ ਨਾਲ ਛੇਦ ਦਿਓ, ਸੰਤੋਖ ਨਾਲ ਉਹਨਾਂ ਨੂੰ ਕਾਬੂ ਕਰੋ। ਮੁੰਦਾ ਸੰਤੋਖ ਸ਼ਰਮਪਤ ਝੋਲੀ, ਮਸ਼ੱਕਤ ਕਰੋ। ਦਲਿੱਦਰ ਨਾ ਆਏ ਜੀਵਨ 'ਚ ਕਦੀ ਵੀ, ਜਿੰਨਾ ਚਿਰ ਤੱਕ ਤੁਰਦੇ ਫਿਰਦੇ ਹਾਂ ਆਲਸ ਨਾ ਹਾਵੀ ਹੋਏ। ਇਹ ਨਾ ਹੋਏ ਕਿ ਸਭ ਕੁਝ ਤਿਆਗ ਕੇ ਅਸੀਂ ਨਹੀਂ ਜੀ ਅਸੀਂ ਬੰਦਗੀ ਕਰਨੀ ਹੈ, ਨਹੀਂ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿ ਕਿਰਤ ਕਰਦਿਆਂ ਕਰਦਿਆਂ ਬੰਦਗੀ ਕਰੋ। ਸ਼ਰਮਪਤ ਝੋਲੀ, ਧਿਆਨ ਕੀ ਕਰ ਹੈ, ਧਿਆਨ ਰੱਖੋ ਪ੍ਰਭੂ ਦੇ ਨਾਮ ਦਾ। ਇਹ ਵਿਭੂਤੀ ਹੈ ਕਿਰਤ ਵਿਹਾਰ ਕਰਦਿਆਂ ਕਰਦਿਆਂ। ਕਿੱਥੇ ਭੱਜਣ ਦੀ ਲੋੜ ਨਹੀਂ ਹੈ, ਪਹਾੜਾਂ ਦੀ ਕੰਦਰਾਂ 'ਤੇ ਜਾਣ ਦੀ, ਗ੍ਰਸਤ ਨੂੰ ਛੱਡਣ ਦੀ ਲੋੜ ਨਹੀਂ ਹੈ। ਇਹਨੂੰ ਮਹਾਰਾਜ ਜੀ ਨੇ ਆਈ ਪੰਥੀ ਦਾ ਸਿਧਾਂਤ ਦੱਸਿਆ। ਆਪਣੀ ਕਾਇਆ ਨੂੰ ਕੁਵਾਰੀ ਰੱਖੋ, ਵਿਕਾਰਾਂ ਤੋਂ ਨਿਰਲੇਪ ਰੱਖੋ। ਜਿੰਨਾ ਜ਼ਿਆਦਾ ਇਸ ਕਾਇਆ ਨੂੰ ਕੁਵਾਰੀ ਰੱਖਿਆ ਜਾ ਸਕਦਾ, ਕੁਵਾਰੀ ਦਾ ਮਤਲਬ ਹੈ ਵਾਸ਼ਨਾਵਾਂ ਤੋਂ ਪਰਾਂ, ਵਿਕਾਰਾਂ ਤੋਂ ਪਰਾਂ। ਕ੍ਰੋਧ ਵੀ ਇਸ ਕਾਇਆ ਨੂੰ ਸਾੜਦੀ ਹੈ, ਕਾਮ ਵੀ ਇਸ ਕਾਇਆ ਨੂੰ, ਹਉਮੈ ਵੀ ਕਾਇਆ ਨੂੰ ਗਾਲਦੀ ਹੈ। ਬੇਲੋੜੀਆਂ ਇੱਛਾਵਾਂ ਦੀ ਭਾਵ ਕੇ ਭੋਜਨ ਵੀ ਜ਼ਿਆਦਾ ਖਾ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧਾ ਤਨ ਪੀੜੀ ਹੈ। ਬੇਲੋੜੇ ਖਿਆਲ ਵੀ ਇਸ ਨੂੰ ਖਰਾਬ ਕਰਦੇ ਨੇ। ਇਸ ਕਾਇਆ ਨੂੰ ਪਵਿੱਤਰ ਰੱਖਣਾ ਹੈ। ਕਾਇਆ ਕਰਕੇ ਹੀ ਆਤਮਾ ਤੇ ਪਰ ਆਤਮਾ ਦਾ ਮਿਲਾਪ ਹੋਣਾ ਹੈ। ਇਹਨੂੰ ਸਾਹਮਣਾ ਜ਼ਰੂਰੀ ਹੈ। ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਜੁਗਤੀ ਗਿਆਨ ਧਿਆਨ ਦੀ ਹੋਏ। ਸੋ ਇਹ ਸਾਰਾ ਸਤਿਗੁਰ ਜੀ ਨੇ ਫਿਰ ਅਗਲੀ ਪੌੜੀ ਦੇ ਵਿੱਚ ਵੀ ਸਾਹਿਬ ਜੀ ਨੇ ਗਿਆਨ ਰੂਪੀ ਅੰਦਰ ਭੋਜਨ ਦਾ ਭੰਡਾਰਾ ਲੱਗੇਗਾ ਅਤੇ ਦਇਆ ਹੋਏ ਅੰਦਰ, ਹਉਮੈ ਨਾ ਹੋਏ। ਫਿਰ ਇਵੇਂ ਫਿਰ ਸਤਿਗੁਰ ਜੀ ਕਹਿੰਦੇ ਸੰਜੋਗ ਅਤੇ ਵਿਜੋਗ ਉਹਦੇ ਹੁਕਮ ਨੂੰ ਮੰਨਣ ਦੀ ਇੱਕ ਪ੍ਰਤੀਤ ਪੈਦਾ ਹੋਏਗੀ। ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹੇ ਭਾਗ ਸਾਡੇ ਸਿਰਜੇ ਜਾ ਰਹੇ ਨੇ। ਨਮਸਕਾਰ ਉਹਨੂੰ ਹੈ ਜਿਹਨੇ ਏਕਾ ਮਾਈ, ਜਿਹੜਾ ਇੱਕ ਬਣਾਉਣ ਵਾਲਾ ਹੈ, ਜਿਹਨੇ ਸਭ ਕੁਝ ਬਣਾਏ, ਉਹਨੂੰ ਹੀ ਨਮਸਕਾਰ ਹੈ। ਬਾਕੀ ਇਹ ਵਿਡਾਣ ਹੀ ਹੈ, ਸਮਝ ਨਹੀਂ ਪਾਉਂਦੇ ਅਸੀਂ ਕਿ ਬਣਾਉਣ ਵਾਲਾ ਕੌਣ ਹੈ ਅਤੇ ਅਸੀਂ ਕਿਹਨੂੰ ਪੂਜੀ ਜਾ ਰਹੇ ਹਾਂ। ਸੋ ਸਤਿਗੁਰ ਜੀ ਨੇ ਮੁੱਖ ਦੀ ਗੱਲ, ਉਹਦਾ ਆਸਣ ਸਦਾ ਰਹਿਣ ਵਾਲਾ ਹੈ। ਬਾਕੀ ਸਾਰੇ ਆਸਣ ਇੱਥੋਂ ਚਲੇ ਜਾਣਗੇ। ਨਿਸ ਦਿਨ ਚੱਲੈ ਰਵ ਸਸ ਚੱਲੈ, ਤਾਰਿਕਾ ਲੱਖ ਪਲੋਏ, ਮੁਕਾਮ ਉਹ ਏਕ ਹੈ ਨਾਨਕਾ ਸੱਚ ਬੁਗੋਏ। ਉਹ ਰਹਿਣ ਵਾਲਾ, ਉਹਨੂੰ ਨਮਸਕਾਰ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਵਿਚਾਰ ਕੋਈ ਅੰਤਮ ਸੱਚ ਨਹੀਂ ਹੈ, ਇੱਕ ਨਿਮਾਣਾ ਜਿਹਾ ਯਤਨ ਹੈ। ਆਪ ਸਾਰੇ, ਮੈਂ 1 ਸੈਕਿੰਡ ਲਵਾਂਗਾ। ਹਾਂਜੀ ਭਾਈ ਸਾਹਿਬ ਜੀ ਵਿਚਾਰਾਂ ਦੇ ਵਿੱਚ ਇੱਕ ਵਚਨ ਹੋਰ ਕਰਨਗੇ, ਫਿਰ ਫਤਿਹ ਬੁਲਾਵਾਂਗੇ ਜੀ। ਵਿਚਾਰ ਵਾਧਾ ਹੀ ਪਾਣਾ। ਹਾਂਜੀ ਹਾਂਜੀ। ਕਿ ਭਾਈ ਸਾਹਿਬ ਸਤਿਕਾਰਯੋਗ ਨਹੀਂ, ਕਈ ਵਾਰੀ ਸਾਡੇ ਕੋਲ ਵੀ ਅਣਜਾਣੇ ਵਿੱਚ ਵਿਸ਼ਰਾਮ ਗਲਤ ਲੱਗ ਸਕਦੇ ਹਨ। ਵਿਸ਼ਰਾਮ ਹੈ ਖਿੰਥਾ ਕਾਲ, ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਕੁਵਾਰੀ ਪੋਥੀ, ਹਾਂਜੀ, ਕੁਵਾਰੀ ਕਾਇਆ ਜੁਗਤ ਮਾਵ ਕੀ ਕੁਵਾਰੀ ਕਾਇਆ, ਜਿਸ ਤਰ੍ਹਾਂ ਵਿਕਾਰਾਂ ਤੋਂ ਰਹਿਤ ਇਹ ਜੁਗਤੀ ਬਣਾਉਣੀ ਹੈ। ਡੰਡਾ ਜੋ ਹੱਥ 'ਚ ਫੜਿਆ ਉਹ ਪ੍ਰਤੀਤ ਹੈ। ਅਸੀਂ ਪ੍ਰਤੀਤ ਨੂੰ, ਵਿਸ਼ਵਾਸ ਨੂੰ ਡੰਡਾ ਬਣਾਉਣਾ ਹੈ। ਇਹ ਭਾਈ ਪ੍ਰੋਫੈਸਰ ਸਾਹਿਬ ਸਿੰਘ ਦੇ ਹੱਥ ਕੀਤੇ। ਬਿਲਕੁਲ ਠੀਕ ਹੈ ਜੀ। ਇਸ ਪੋਥੀ ਦੇ ਵਿੱਚ ਜਿਹੜੇ ਤੁਸੀਂ ਵਿਸ਼ਰਾਮ ਪੜ੍ਹ ਰਹੇ ਸੀ, ਉਹ ਵਿਸ਼ਰਾਮ ਖਿੰਤਾ ਕਾਲ ਕੁਵਾਰੀ ਕਾਇਆ 'ਤੇ ਹੈ। ਪਰ ਪ੍ਰੋਫੈਸਰ ਸਾਹਿਬ ਸਿੰਘ ਦੇ ਜਿਹੜੇ ਵਿਸ਼ਰਾਮ ਹੈ, ਕਿੰਥਾ ਕਾਲ ਕੁਵਾਰੀ ਕਾਇਆ ਜੁਗਤ, ਕੁਵਾਰੀ ਕਾਇਆ ਜੁਗਤ 'ਤੇ ਹੈ। ਔਰ ਭਾਈ ਵੀਰ ਸਿੰਘ ਜੀ ਨੇ, ਡਾਕਟਰ ਗੁਲਜ਼ਾਰ ਸਿੰਘ ਕੰਗ ਨੇ,
ਸਾਰੇ ਬਾਕੀ ਟੀਕਾਕਾਰਾਂ ਨੇ ਜੁਗਤ ਡੰਡਾ ਪ੍ਰਤੀਤ ਹੀ ਕੀਤੇ ਹੈ। ਸੋ ਇਹਦੇ ਵਿੱਚ ਕੋਈ ਸ਼ੰਕਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਅਸੀਂ ਪਹਿਲਾਂ ਵਿਚਾਰੇ ਸਨ। ਇਸ ਕਰਕੇ ਦਾਸ ਨੇ ਫਿਰ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਟੀਕਿਆਂ ਦੇ, ਖਾਸ ਕਰਕੇ ਭਾਈ ਮਨੀ ਸਿੰਘ ਜੀ ਦਾ ਜਿਹੜਾ ਭਗਤ ਮਾਲ ਹੈ, ਉਹਨਾਂ ਨੇ ਵੀ ਜੁਗਤ ਡੰਡਾ ਪ੍ਰਤੀਤ ਕੀਤੇ ਨੇ। ਸੋ ਇਹ ਅਰਥ ਮੈਂ ਉਹਨਾਂ ਵਿੱਚੋਂ ਕਰ ਰਿਹਾ ਸੀ ਕਿ ਅਸੀਂ ਹੋਰ ਟੀਕਿਆਂ ਦੇ ਵੀ ਦਰਸ਼ਨ ਕਰੀਏ, ਕਿਉਂਕਿ ਇਹ ਅਰਥ ਅਸੀਂ ਪਹਿਲਾਂ ਕਰ ਬੈਠੇ ਆ। ਬਾਕੀ ਬਾਣੀ ਵਿਸਮਾਦ ਹੈ, ਇਹਨੂੰ ਇਸ ਰੂਪ ਦੇ ਵਿੱਚ ਵੀ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਗੱਲ ਤੇ ਮਨ ਨੂੰ ਜਿੱਤਣ ਦੀ ਹੈ। ਬਾਕੀ ਸਤਿਗੁਰੂ ਜੀ ਆਪ ਹੀ ਕਰਾਉਣ ਵਾਲੇ ਨੇ। ਇੱਕ ਵਾਰੀ ਫਿਰ ਕੱਲ ਅਸੀਂ ਇਸ ਤੁਕ ਨੂੰ ਵਿਚਾਰ ਲਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਧੰਨਵਾਦ ਜੀ ਸਾਰਿਆਂ ਦਾ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।